ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਹਫਤੇ ਸਤ ਸੰਗਤ ਜੀਓ ਆਪਾਂ 7 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਵਿਚਾਰਨੇ ਨੇ। ਪਹਿਲਾ ਸ਼ਬਦ ਰਾਗ ਤੋਡੀ ਵਿੱਚ, ਇੱਕ ਸ਼ਬਦ 3 ਸ਼ਬਦ ਰਾਗ ਤਿਲੰਗ ਤੋਂ ਤੇ ਉਪਰੰਤ 3 ਸ਼ਬਦ ਰਾਗ ਬਿਲਾਵਲ ਤੋਂ। ਸੋ ਕੁੱਲ ਮਿਲਾ ਕੇ 7 ਸ਼ਬਦਾਂ ਦੀ ਆਪਾਂ ਵਿਚਾਰ ਕਰਨੀ ਹੈ। ਸਤ ਸੰਗਤ ਜੀ, today we are going to discuss 7 shabads of Guru Tegh Bahadur Ji. The first shabad is from Rag Todi, Ang 718, and then 3 shabads from Rag Tilang, Ang 726, and then 3 shabads in Rag Bilawal, Ang 830. So ਆਓ ਆਪਾਂ ਇਹਨਾਂ ਸ਼ਬਦਾਂ ਦੀ ਵਿਚਾਰ ਆਰੰਭ ਕਰੀਏ ਜੀ। ਰਾਗ ਤੋਡੀ ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਜੀ ਸਾਨੂੰ ਕੀ ਕਹਿੰਦੇ ਨੇ, ਆਓ ਪਹਿਲਾਂ ਆਪਾਂ ਸ਼ਬਦ ਪੜ੍ਹੀਏ। ਤੋਡੀ ਮਹੱਲਾ ਨੌਵਾਂ। ਤੋਡੀ ਰਾਗ ਹੈ, ਮਹੱਲਾ ਨੌਵਾਂ, ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਹੋ ਕਹਾ ਆਪਣੀ ਅਦਮਾਈ, ਉਰਜਿਓ ਕਨਕ ਕਾਮਨੀ ਕਹਿ ਰਸ, ਨਹਿ ਕੀਰਤ ਪ੍ਰਭ ਗਾਈ ਰਹਾਓ। ਇਸ ਸ਼ਬਦ ਦੇ ਵਿੱਚ ਤਕਰੀਬਨ ਮਨ ਦੀ ਅਵਸਥਾ ਦੇ ਬਾਰੇ ਵਿਚਾਰਿਆ ਹੈ। ਮਨ ਦੇ ਬਾਰੇ ਦੱਸਿਆ ਹੈ ਕਿ ਮਨ ਕਿੱਥੇ ਹੈ। The state of mind is explained by Guru Ji, that where is the state of the mind, and at the end Guru Sahib ji ਕਹਿੰਦੇ ਨੇ ਉਸ ਦੀ ਸ਼ਰਨ ਵਿੱਚ ਜਾਣਾ ਪਏਗਾ, to take sanctuary of the ਸ਼ਰਨ, to save ourselves. ਸੋ ਆਓ ਆਪਾਂ ਵੇਖੀਏ ਵੀ ਮਨ ਕਿੱਥੇ ਹੈ। ਕਹਿੰਦੇ ਮੈਂ ਕੀ ਦੱਸਾਂ, ਕਹੋ means to tell, ਮੈਂ ਕੀ ਦੱਸਾਂ ਕਿਹੜੇ ਬਾਰੇ, ਲੋਕਾਂ ਦੇ ਬਾਰੇ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਆਪਣੇ। ਗੁਰੂ ਗ੍ਰੰਥ ਸਾਹਿਬ ਜੀ always comes back to ourselves, ਵੀ ਮਨ ਨੂੰ ਝਾਤ ਮਾਰ, ਤੇਰੇ ਬਾਰੇ ਦੱਸ, ਤੂੰ ਲੋਕਾਂ ਦੇ ਬਾਰੇ ਦੱਸਣਾ, ਆਪਣਾ ਤੂੰ ਖਿਆਲ ਕਰ। we read in ਜਪਜੀ ਸਾਹਿਬ, ਮੰਨੇ ਤਰੇ ਤਾਰੇ ਗੁਰਸਿੱਖ, we need to learn to swim first. ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਮੈਂ ਆਪਣੇ ਬਾਰੇ ਕੀ ਦੱਸਾਂ, what should I talk about myself, ਮੇਰਾ ਨੇਚਰ ਕੀ ਹੈ, ਮੇਰਾ ਬੇਸ ਕੀ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿਹਨੂੰ ਮੈਂ ਦੱਸਾਂ, ਅੱਜ ਮੈਂ ਕੀ ਦੱਸਾਂ ਇਸ ਦੇ ਬਾਰੇ। ਜਦੋਂ ਮਨ ਦੇ ਵਿੱਚ ਝਾਤ ਮਾਰੀ ਮੈਂ ਆਪਣੇ ਆਪ, ਮੈਂ ਵੇਖਿਆ ਵੀ ਮੈਂ ਕਿੱਥੇ ਉਲਝਿਆ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਉਰਜਿਓ ਕਨਕ ਕਾਮਨੀ ਕਹਿ ਰਸ। ਉਰਜਿਓ means to be entangled, ਉਹਦੇ ਵਿੱਚ ਫਸਿਆ ਹੋਇਆ, ਉਲਝਿਆ ਪਿਆ, ਪੂਰਾ ਧਿਆਨ ਲਗਾ ਕੇ ਬੈਠਾ ਹੋਇਆ ਹੈ। I am entangled, engrossed। ਕਿਹੜੇ ਵਿੱਚ? ਮਹਾਰਾਜ ਜੀ ਕਹਿੰਦੇ ਕਨਕ ਕਾਮਨੀ। ਕਨਕ means gold, ਕਾਮਨੀ means woman। ਸੋ ਕਹਿੰਦੇ ਨੇ ਮਨ ਜਿਹੜਾ ਹੈ ਨਾ ਇਹਦੇ ਪਿੱਛੇ ਭੱਜਿਆ ਹੋਇਆ ਹੈ। gold means ਪਦਾਰਥਾਂ, could be today will be ringgit or dollar ਜਾਂ ਜੋ ਵੀ ਹੈ। ਹਾਂਜੀ, ਅਸੀਂ ਇੱਥੇ ਉਲਝੇ ਹੋਏ ਹਾਂ। ਜਾਂ ਦੂਜਾ ਅਸੀਂ ਕਾਮਨੀ ਵੂਮਨ। ਸੋ ਮੇਰਾ ਮਨ ਜਿਹੜਾ ਹੈ continuously I am engrossed in this, I need to earn this much of money, and then I have my intention on women। ਸੋ ਕਹਿੰਦੇ ਨੇ ਮੇਰਾ ਜਿਹੜਾ ਮਨ ਜਿਹੜਾ ਹੈ ਨਾ ਇਹਦੇ ਵਿੱਚ ਉਲਝਿਆ ਪਿਆ ਹੈ। ਉਰਜਿਓ ਕਾਮਨੀ, ਉਰਜਿਓ ਕਨਕ ਕਾਮਨੀ ਕਹਿ ਰਸ, ਇਹਦੇ ਵਿੱਚ ਉਲਝਿਆ ਹੋਇਆ ਹੈ। ਇਹਨੇ ਕਰਨਾ ਕੀ ਸੀ? ਮਨ ਨੇ ਜਿਹੜਾ ਕਰਨਾ ਸੀ ਉਹ ਨਹੀਂ ਕੀਤਾ। ਉਹ ਕੀ ਹੈ? ਨਹਿ ਕੀਰਤ ਪ੍ਰਭ ਗਾਈ। ਕਹਿੰਦੇ ਉਸ ਪਰਮਾਤਮਾ ਦੇ, ਨਹਿ ਮੀਨਸ ਨੈਵਰ, ਕੀਰਤ ਉਸ ਦੀ ਜਿਹੜੀ ਕੀਰਤਨ ਹੈ, ਹਾਂਜੀ, ਪ੍ਰਭੂ ਪਰਮਾਤਮਾ ਦੀ, ਉਹਦੇ ਮੈਂ ਗੁਣ ਗਾਏ ਨਹੀਂ। ਆਪਾਂ ਜਪਜੀ ਸਾਹਿਬ ਵਿੱਚ ਵੀ ਰੋਜ਼ ਪੜ੍ਹਦੇ ਹਾਂ, ਗਾਵੇ 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 ਗਾਵੇ। ਰਹਿਰਾਸ ਸਾਹਿਬ ਦੇ ਵਿੱਚ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਉਹਦੀ ਵਡਿਆਈ, ਉਹਦੇ ਗੁਣ ਗਾਉਣੇ ਨੇ, ਹਾਂਜੀ, ਬਟ ਮੈਂ ਉਹਦੇ ਗੁਣ ਨਹੀਂ ਗਾਏ। ਐਮਫਸਾਈਜ਼ ਅਗੇਨ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਗੁਰੂ ਸਾਹਿਬ ਜੀ ਸੇਸ ਮਿਲ ਸਾਧ ਸੰਗਤ ਭਜ। ਐਂਡ ਵਨ ਆਫ ਦ ਵੇ ਗੁਰੂ ਸਾਹਿਬ ਜੀ ਸੇਸ ਉਸ ਦੇ ਗੁਣ ਗਾ, ਉਸ ਦਾ ਕੀਰਤਨ ਗਾ। ਬਿਕੋਜ਼ ਵੈਨ ਵੀ ਸਿੰਗ ਦ ਪ੍ਰੇਜ਼ਸ, ਆਪਾਂ ਉਹਦੀ ਉਸ ਇੱਕ ਨਾਮ ਦੇ ਨਾਲ ਜੁੜਦੇ ਹਾਂ। ਕਹਿੰਦੇ ਮੈਂ ਉਹਦਾ ਜਿਹੜਾ ਨਾਮ ਸੀ, ਉਹਦੇ ਜਿਹੜੇ ਗੁਣ ਸੀ, ਪ੍ਰਭੂ ਦੇ ਜਿਹੜੇ ਗੁਣ ਸੀ ਉਹ ਮੈਂ ਗਾਏ ਨਹੀਂ। ਉਸ ਨੂੰ ਛੱਡ ਕੇ 24/7 ਮੈਂ ਦੁਨੀਆ ਦੇ ਪਦਾਰਥਾਂ ਤੇ, ਸੋਨੇ ਦੇ ਉੱਤੇ, ਕਾਮਨੀ ਦੇ ਉੱਤੇ ਮੇਰਾ
ਮਨ ਇਹਦੇ ਵਿੱਚ ਉਲਝਿਆ ਹੋਇਆ ਹੈ, ਇਹ ਮੇਰੀ ਮਨ ਦੀ ਅਵਸਥਾ ਹੈ। ਉੱਥੋਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਮਨ ਫਿਰ ਕਿੱਥੇ ਆ? ਕਹਿੰਦੇ ਹੁਣ ਅਗਲੀ ਪੰਕਤੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਅਵਸਥਾ ਮਨ ਦੀ ਕੀ ਹੈ? ਜਗ ਝੂਠੇ ਕੋ ਸਾਚ ਜਾਣ ਕੇ, ਹਾਂਜੀ, ਤਾਂ ਸਿਉ ਰੁਚ ਉਪਜੇ। ਕਹਿੰਦੇ ਜਿਹੜਾ ਇਹ ਸੰਸਾਰ ਹੈ, ਇਹ ਗੁਰੂ ਸਾਹਿਬ ਜੀ ਨੇ ਪਿਛਲੇ ਸ਼ਬਦਾਂ ਦੇ ਵਿੱਚ ਵੀ ਇਸ ਦੇ ਬਾਰੇ ਬੜੀ ਵਾਰੀ ਵਿਚਾਰ ਕੀਤਾ ਹੈ ਕਿ ਬੰਦਾ ਇਸ ਦੁਨੀਆ ਨੂੰ ਸੱਚ ਕਰਕੇ ਮੰਨ ਕੇ ਬੈਠਾ ਹੈ। ਪਰ ਗੁਰੂ ਸਾਹਿਬ ਜੀ ਬਾਰ-ਬਾਰ ਕਹਿੰਦੇ ਨੇ ਜਿੱਦਾਂ ਸੁਪਨੇ ਵਰਗੂ ਰਾਤ ਨੂੰ ਆਪਾਂ ਸੁਪਨੇ ਲੈਂਦੇ ਆ, ਦਿਸਦਾ ਤਾਂ ਸੱਚ ਹੈ ਬਟ ਉਹ ਸੱਚ ਨਹੀਂ ਹੈ। You feel, you experience it everything to be truth, but it is not everlasting. It's a temporary, it's just a dream. Dream, we experience it. You feel scared, you have all the emotion, everything, but ਜਦੋਂ ਸਾਡੀ ਅੱਖ ਖੁੱਲਦੀ ਹੈ, when you open your eyes, it's just a temporary. ਗੁਰੂ ਸਾਹਿਬ ਜੀ ਕਹਿੰਦੇ in the same way ਜਗ ਝੂਠ ਹੈ। ਇਹ ਜਗ ਜਿਹੜਾ ਝੂਠਾ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। It's not eternal, it will perish. We have a small time frame that we are here. Even the earth, the sun, the entire universe is bound with time. Eventually it will also break apart. ਸੋ ਗੁਰੂ ਸਾਹਿਬ ਜੀ ਕਹਿੰਦੇ ਜਗ ਝੂਠੇ ਕੋ ਸੱਚ ਜਾਣ ਕੇ, ਇਹਨੂੰ ਸੱਚ ਕਰਕੇ ਜਾਣ ਲਿਆ ਵੀ ਇਹੀ ਸੱਤ ਹੈ, ਇਸ ਤੋਂ ਇਲਾਵਾ ਹੈ ਕੋਈ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਮੈਂ ਇਸ ਸੰਸਾਰ ਨੂੰ ਸੱਚ ਕਰਕੇ ਜਾਣਿਆ ਹੈ, ਤੇ ਕਹਿੰਦੇ ਮੈਂ ਇਸ ਗੱਲ ਨੂੰ ਪੱਕਾ ਮੰਨ ਲਿਆ ਵੀ ਇਹੀ ਸੱਤ ਹੈ, ਤੇ ਮੈਂ ਫਿਰ ਉਸ ਤੋਂ ਬਾਅਦ ਕੀ ਕੀਤਾ? ਕਹਿੰਦੇ ਤਾਂ ਸਿਉ ਰੁਚ, ਕਹਿੰਦੇ ਮੈਂ ਇਹਦੇ ਵਿੱਚ ਰਚ ਗਿਆ, ਇਹਦੇ ਵਿੱਚ ਮੇਰਾ ਲਵ ਜਿਹੜਾ ਪੈਦਾ ਹੋ ਗਿਆ। ਹਾਂਜੀ, because the state of mind have accepted that this world is eternal, this world is forever. ਸੋ ਸਾਡਾ ਉੱਥੇ ਪਿਆਰ ਪੈ ਜਾਂਦਾ ਹੈ। ਤੁਸੀਂ ਵੇਖੋ ਜਦੋਂ ਤੁਸੀਂ ਛੁੱਟੀਆਂ ਮਨਾਉਣ ਜਾਂਦੇ ਹੋ, you go to any resort, hotel, Airbnb or whatever that you take nowadays, ਆਪਾਂ ਕੁਝ ਕੁ ਦਿਨ ਰਹਿੰਦੇ ਆ ਉੱਥੇ, ਪਰ ਉੱਥੋਂ ਸਾਡਾ ਖਿਆਲ ਹੁੰਦਾ ਹੈ ਕਿ ਇੱਥੇ ਬਸ 4 ਦਿਨ ਹੈ, ਉਸ ਤੋਂ ਬਾਅਦ ਇੱਥੋਂ ਨਿਕਲਣਾ ਹੈ। ਬੰਦਾ ਉੱਥੇ ਮੋਹ ਨਹੀਂ ਪਾਉਂਦਾ, ਕਹਿੰਦਾ ਕਿਉਂ? ਕਿਉਂਕਿ 4 ਦਿਨ ਦਾ ਇੱਥੇ ਦਿਹਾੜਾ ਆਪਾਂ ਕੱਟਣਾ ਹੈ, ਛੁੱਟੀਆਂ ਮੁੱਕੀਆਂ ਤੇ ਮੈਂ ਇਸ ਤੋਂ ਬਾਅਦ ਇੱਥੋਂ ਨਿਕਲ ਜਾਣਾ ਹੈ। ਉੱਥੇ ਬਹੁਤਾ ਸਮਾਨ ਵੀ ਨਹੀਂ ਜੋੜਦਾ, ਦਿਸਦਾ ਵੀ ਹੈ ਰੂਮ 'ਚ ਸਾਰਾ ਕੁਝ ਹੈਗਾ, ਪਰ ਉੱਥੇ ਇਹ ਨਹੀਂ ਕਹਿੰਦਾ ਮੇਰਾ। ਇੱਕ ਤਾਂ ਹੁੰਦਾ ਫਿਕਰ, ਜਿਹੜਾ ਓਨਰ ਹੈ ਉਹ ਆਣ ਕੇ ਵਾਪਸ ਲੈ ਕੇ ਪੁੱਛੇਗਾ ਵੀ ਕਿੱਥੇ ਡਿਪੋਜ਼ਿਟ, ਫਿਰ ਤੈਨੂੰ ਦੇਣੇ ਪੈਣਗੇ। ਹਾਂਜੀ, ਪਰ ਜਦੋਂ ਬੰਦਾ ਇਸ ਖਿਆਲ ਨਾਲ ਜਾਂਦਾ ਹੈ that I'm only there for 4 days to have my vacation, once I'm done I come back, ਨਾਲ ਕੁਛ ਨਹੀਂ ਆਉਣਾ, ਉੱਥੇ ਉਨਾ ਮੋਹ, ਉਨਾ ਪਿਆਰ ਨਹੀਂ ਪੈਂਦਾ, ਕਿਉਂਕਿ ਹਕੀਕਤ ਸੱਚ ਪਤਾ ਵੀ ਮੈਂ ਉੱਥੋਂ ਨਿਕਲ ਕੇ ਆ ਜਾਣਾ ਹੈ ਨਾ, ਕਿਉਂਕਿ ਮਾਈਂਡ ਨੇ ਪਹਿਲਾਂ ਸੈੱਟ ਕੀਤਾ ਹੋਇਆ। ਬਟ ਸਮਟਾਈਮਸ ਵੀ ਗੋ ਟੂ ਸਰਟਨ ਪਲੇਸਿਸ, ਉਹ ਥਾਂ ਇੰਨਾ ਸੋਹਣਾ ਹੁੰਦਾ ਹੈ, ਫਿਰ ਵੀ ਸਾਡਾ ਉੱਥੇ ਮਨ ਲੱਗ ਜਾਂਦਾ ਹੈ। then we will say if we could we stay longer. In the same concept ਗੁਰੂ ਸਾਹਿਬ ਜੀ ਕਹਿੰਦੇ ਇਹ ਦੁਨੀਆ ਵੀ ਇੱਦਾਂ ਹੀ ਹੈ, ਸਦਾ ਲਈ ਨਹੀਂ ਹੈ, ਪਰ ਬੰਦਾ ਇਸ ਗੱਲ ਨੂੰ ਮੰਨ ਕੇ ਬੈਠਾ ਹੋਇਆ ਹੈ, ਤੇ ਜਿਸ ਵੇਲੇ ਇਹਦੇ ਮਨ ਨੇ ਮੰਨ ਲਿਆ ਵੀ ਇਹ ਮੇਰੀ ਜ਼ਿੰਦਗੀ ਹੈ, ਸਾਰਾ ਕੁਝ ਇੱਥੇ ਹੀ ਹੈ, ਫਿਰ ਉੱਥੋਂ ਫਿਰ ਪਿਆਰ ਜਿਹੜਾ ਹੁਣ ਪੈਦਾ ਹੋ ਗਿਆ, ਉਹਦੇ ਵਿੱਚ ਹੁਣ ਰਚ ਗਿਆ। ਜਗ ਝੂਠੇ ਕੋ ਸਾਚ ਜਾਣ ਕੇ, ਕਹਿੰਦੇ ਝੂਠੇ ਜਗ ਨੂੰ ਜਿਹੜਾ ਇੱਕ ਦਿਨ ਬਿਨਸ ਜਾਣਾ ਹੈ, ਤੂੰ ਬਿਨਸਣਾ ਪਹਿਲਾਂ, ਫਿਰ ਸੰਸਾਰ ਨੇ ਵੀ ਬਿਨਸਣਾ ਹੈ। ਤੂੰ ਇਹਨੂੰ ਸੱਚ ਕਰਕੇ ਜਾਣ ਲਿਆ, ਜਿਸ ਵੇਲੇ ਤੂੰ ਇਹਨੂੰ ਸੱਚ ਕਰਕੇ ਜਾਣਿਆ, ਗੁਰੂ ਸਾਹਿਬ ਜੀ ਕਹਿੰਦੇ ਤਾਂ ਸਿਉ ਉੱਥੇ ਤੇਰਾ ਜਿਹੜਾ ਹੈ ਪ੍ਰੇਮ, ਜਿਹੜਾ ਪਿਆਰ ਜਿਹੜਾ ਉੱਥੋਂ ਉੱਗ ਗਿਆ। ਮਹਾਰਾਜ ਜੀ ਕਹਿੰਦੇ ਅੱਗੇ ਫਿਰ ਕੀ ਹੋਇਆ? ਮਨ ਉੱਥੇ ਉਜਲ ਗਿਆ, ਉੱਥੇ ਐਂਟੈਂਗਲ ਹੋ ਗਿਆ, ਹੁਣ ਬਾਹਰ ਨਹੀਂ ਨਿਕਲਦਾ। ਹੁਣ ਅਗਲੀ ਪੰਕਤੀ ਵਿੱਚ ਮਹਾਰਾਜ ਜੀ ਕਹਿੰਦੇ ਦੀਨ ਬੰਦ ਸਿਮਰਿਓ ਨੈ ਕਬ ਹੂੰ, ਹੋਤ ਜੋ ਸੰਗ ਸਹਾਈ। ਕਹਿੰਦੇ ਇਸ ਝੂਠੇ ਸੰਸਾਰ ਨੂੰ ਸੱਚ ਕਰਕੇ ਮੰਨ ਲਿਆ, ਤੇ ਮੈਂ ਆ ਜਿਹੜਾ ਕੰਮ ਕਰਨਾ ਸੀ, ਸਰੀਰ ਜਿਹੜਾ ਮੈਨੂੰ ਮਿਲਿਆ ਸੀ ਨਾ, ਗੋਬਿੰਦ ਮਿਲਨ ਕੀਏ ਤੇਰੀ ਬਰੀਆ, ਆਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਕੀ ਕੀਤਾ? ਮੈਂ ਕੀਤਾ ਨਹੀਂ। ਉਸ ਪਰਮਾਤਮਾ ਜਿਹੜਾ ਦੀਨ ਹੈ, ਦ ਮੀਕ ਪੂਅਰ, ਉਹਨਾਂ ਦਾ ਫਰੈਂਡ ਹੈ। ਗੁਰੂ ਸਾਹਿਬ ਜੀ ਕਹਿੰਦੇ ਸਿਮਰਿਓ, ਉਹਦਾ ਮੈਂ ਸਿਮਰਨ ਕੀ ਨੈ ਕਬਹੂ, ਕਿਤੇ ਵੀ, ਕਬਹੂ ਮੀਨਸ ਐਵਰ,
I have not contemplated on the friend of the poor even for a second. कबहू never, मैं कदी कीता नहीं। कहंदे तू सच करके जान लै बंदिया, ਜਿਹੜਾ परमात्मा है ना वो कितने दूर नहीं। महाराज जी कहते होत जो संग सहाई तेरे नाल है, जो तेरे नाल है तेरे अंदर है, उसनू तू कदी नहीं याद कीता। इस झूठे संसार नू सच करके जान के तू इहदे विच रचिया होया। अगे गुरु साहब जी कहते ने मगन रहियो माया मह निस दिन। We have already listened to the शब्द मगन रहियो माया में। इंटॉक्सिकेटेड मद, मदिया होया बंदा, मगन मगन रहियो, इंटॉक्सिकेटेड रिमेन ਉਹਦੇ ਵਿੱਚ ਸਦਾ ਲਈ ਹੈ। ਹੁਣ ਤੁਸੀਂ ਜੇ ਜਿਸ ਵੇਖੋ ਜਿਹੜੇ ਬੰਦੇ ਪੀਂਦੇ ਨਾ ਉਹਨਾਂ ਦੀ ਚੜ੍ਹਦੀ ਹੈ, ਜਾਂ ਜਿਹੜਾ ਦੀ ਸ਼ਰਾਬੀ ਹੁੰਦਾ ਜਿਹੜੀ ਸ਼ਰਾਬ ਪੀਤੀ ਹੁੰਦੀ ਹੈ ਉਹ ਚੜ੍ਹਦੀ ਵੀ ਹੈ ਤੇ ਉਤਰਦੀ ਵੀ ਹੈ, ਉਹ ਫਿਰ ਸੋਫੀ ਵੀ ਹੋ ਜਾਂਦਾ ਹੈ। ਹਾਂਜੀ, ਸੋ ਇਟ ਗੋਜ਼ ਐਂਡ ਦੈਨ ਯੂ ਬਿਕੇਮ ਸੋਬਰ। ਬਟ ਮਹਾਰਾਜ ਜੀ ਸੇਸ ਹਿਅਰ ਮਗਨ ਰਹਿਓ ਫੋਰਐਵਰ, ਇੰਟੌਕਸੀਕੇਟਡ ਉਹਦੇ ਵਿੱਚ ਹੈ, ਸਦਾ ਲਈ ਉਹਦੇ ਵਿੱਚ ਡੁੱਬਿਆ ਹੋਇਆ ਹੈ, ਸਦਾ ਲਈ ਮਾਇਆ ਦੀ ਸ਼ਰਾਬ ਦੇ ਵਿੱਚ ਰਜਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ ਬਾਹਰ ਨਹੀਂ ਨਿਕਲਦਾ। ਮਗਨ ਰਹਿਓ ਮਾਇਆ ਮੈਂ, ਤੇ ਕਿਦੋਂ ਮਗਨ ਹੋਇਆ ਹੈ? ਕਹਿੰਦੇ ਨਿਸ ਦਿਨ, ਡੇ ਐਂਡ ਨਾਈਟ, ਸਦਾ ਲਈ ਉਹਦੇ ਵਿੱਚ ਰਚਿਆ ਹੋਇਆ ਹੈ, ਉਸ ਤੋਂ ਬਾਹਰ ਨਹੀਂ ਨਿਕਲ ਸਕਦਾ। ਮਹਾਰਾਜ ਜੀ ਕਹਿੰਦੇ ਝੂਠੀ ਥੋੜੇ ਸਮੇਂ ਵਾਸਤੇ ਵੀ ਇਹਦੇ ਦਿਮਾਗ ਤੋਂ ਵਿਛੜਦੀ ਨਹੀਂ, ਨਾ ਮਨ ਕੀ, ਕਹਿੰਦੇ ਮਨ ਦੇ ਵਿੱਚੋਂ ਨਹੀਂ ਨਿਕਲਦੀ। The mind is so engrossed, the mind is so intoxicated that it remains in Maya 24 hours every day he is entangled in this. So ਇਹ ਮਨ ਦੀ ਅਵਸਥਾ ਹੈ। ਗੁਰੂ ਸਾਹਿਬ ਜੀ ਕਹਿੰਦੇ it could be many example. Some of us, even I have this personal experience. Let's say you download a new game to your phone, ਹਾਂਜੀ, the latest one Call of Duty ਪਤਾ ਨਹੀਂ ਜਿਹੜਾ, and few other games. When you are working you have this mind, oh I need to go to level 2, then ਜਦੋਂ ਆਪਾਂ ਘਰ ਨੂੰ ਵੀ ਆਉਂਦੇ ਉਹਦੇ ਵਿੱਚ ਹੀ ਦਿਮਾਗ ਹੈ ਵੀ ਆਹ ਲੈਵਲ ਕਰਤਾ, ਲੈਵਲ 2 ਤੋਂ ਬਾਅਦ ਲੈਵਲ 3, ਲੈਵਲ 3 ਤੋਂ ਬਾਅਦ you go up to level 59, 56, 57, ਚੜ੍ਹਦਾ ਰਹਿੰਦਾ ਹੈ। and then after that you go to next level, series 1, series 2, series 3, ਦਿਮਾਗ ਉਹਦੇ ਵਿੱਚ ਰੱਜਿਆ ਹੋਇਆ। ਹਾਂਜੀ, some even are very chronic that they buy phone just to play. I have a friend that buy phones, just phones, not phones ਲੈ ਰਿਹਾ ਹੈ, this one is for this game, this one is for this game, PC develop just for that, and ਉਹਦੇ ਵਿੱਚ ਦਿਮਾਗ ਹੈ। ਸਕੂਲ ਨੂੰ ਜਾਂਦਾ ਹੈ, the moment come back from school, ਬੈਗ ਰੱਖ ਕੇ 3-4 ਘੰਟੇ 5 ਘੰਟੇ ਲੱਗ ਸਕਦਾ ਹੈ, ਰਾਤ ਨੂੰ ਵੀ ਸੌਂਦਾ ਨਹੀਂ, 1-2 ਵੱਜ ਜਾਂਦੇ ਨੇ। ਸੋ ਮਗਨ ਉਹਦੇ ਵਿੱਚ ਇੰਟੌਕਸੀਕੇਟਡ ਹੋਇਆ ਹੈ। Now it's not wrong to play these games all, sometimes they help you to relieve stress and all that, but ਜਦੋਂ ਬੰਦਾ ਉਹਦੇ ਵਿੱਚ ਰੱਜ ਜਾਂਦਾ ਹੈ। ਹੁਣ ਫॉर एग्जांपल one more example ਹੋਏਗਾ, ਜਿੱਦਾਂ ਆਪਾਂ ਸੀਰੀਅਲ ਵੇਖਦੇ ਹਾਂ, ਹਾਂਜੀ, I also watch serials, ਹਾਂਜੀ, ਬਟ ਜੇ ਉਹਦੇ ਵਿੱਚ ਮਗਨ ਹੋ ਗਏ ਵੀ ਦਿਨ ਦੇ ਵਿੱਚ ਰਾਤ ਦਿਨ ਉਹਦੇ ਵਿੱਚ ਹੀ ਧਿਆਨ ਹੈ, ਹੁਣ ਅੱਗੇ ਕੀ ਹੋਏਗਾ, ਆਹ ਕੀ ਹੋਏਗਾ, ਆਹ ਕੀ ਹੋਏਗਾ। Some examples, there are many other examples, so we need to go deep down and look at ourselves. Do I have this कि मैं ਉਹਦੇ ਵਿੱਚ ਮਗਨ ਹੋਇਆ, ਮੈਂ ਉਸ ਤੋਂ ਬਾਹਰ ਨਹੀਂ ਨਿਕਲ ਸਕਦਾ। These are just few examples. Different people have different intoxicated that they are in. ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਕਹਿੰਦੇ ਇਹ ਮਨ ਦੇ ਵਿੱਚੋਂ ਥੋੜੇ ਸਮੇਂ ਨਹੀਂ ਜਾਂਦੇ। ਹੁਣ ਜਦੋਂ ਮੈਂ ਮਨ ਦੀ ਵਿਚਾਰ ਕੀਤੀ ਨਾ ਵੀ ਮੇਰੇ ਮਨ ਜਿਹੜਾ ਹੈ ਇਸ ਅਵਸਥਾ ਦੇ ਵਿੱਚ ਹੈ, ਕਿੱਥੇ, ਕਹਿੰਦੇ ਕਨਕ ਕਾਮਨੀ ਦੇ ਵਿੱਚ ਉਰਜਿਆ ਹੋਇਆ ਹੈ। ਹਾਂਜੀ, ਝੂਠੇ ਜਗ ਨੂੰ ਸੱਚ ਕਰਕੇ ਜਾਣਿਆ ਹੋਇਆ ਹੈ। ਉਸ ਦੀਨ ਬੰਦ ਨੂੰ ਕਦੀ ਮੈਂ ਸਿਮਰਿਆ ਨਹੀਂ, ਮਾਇਆ ਦੇ ਵਿੱਚ ਮਗਨ ਹੋਇਆ ਪਿਆ ਹੈ। ਫਿਰ ਮੈਂ ਜਾ ਕੇ ਮੇਰੇ ਗੁਰੂ ਨੂੰ ਪੁੱਛਿਆ ਤੇ ਗੁਰੂ ਮੇਰਾ ਕਹਿੰਦਾ ਹੈ ਕਹੋ ਨਾਨਕ, ਗੁਰੂ ਸਾਹਿਬ ਜੀ ਕਹਿੰਦੇ ਅਬ ਨਾਹੀ ਅੰਤਗਤ, ਕਹਿੰਦੇ ਕਹੋ ਨਾਨਕ ਅਬ ਨਾਹੀ ਅੰਤਗਤ ਬਿਨ ਹਰ ਕੀ ਸਰਨਾਈ, ਕਹਿੰਦੇ ਹੁਣ ਬਿਨਾ ਪਰਮਾਤਮਾ ਦੀ ਸ਼ਰਨ ਤੋਂ, ਬਿਨ ਹਰ ਕੀ ਸਰਨਾਈ, ਪਰਮਾਤਮਾ ਬਿਨਾ ਗੁਰੂ ਦੀ ਸ਼ਰਨ ਤੋਂ, ਵਿਦਆਊਟ ਦ ਸੈਂਚਰੀ ਆਫ ਦ ਗੁਰੂ, ਉਹਦੇ ਚਰਨਾਂ ਉਹਦੇ ਨਾਲ ਜੁੜਨ ਤੋਂ ਬਗੈਰ, ਕਹਿੰਦੇ ਨੇ ਗਤ ਮੇਰੀ, ਗਤ ਮੀਨਸ ਟੂ ਬੀ ਲਿਬਰੇਟਡ, ਮੇਰੀ ਗਤ ਨਹੀਂ ਹੋ ਸਕਦੀ। I cannot be liberated since my mind is in that avastha. I need the Guru Sharan, I need the Guru Shabad to help me
टू गाइड मी, टू ट्रांसफॉर्म मी। जिस वेले मैं ओदी शरण विच जावांगा वो मैनू रखेगा, मैनू बचाएगा। ही विल इवेंचुअली ट्रांसफॉर्म मी एंड then I will be able to liberate myself. We read this in Japji Sahib. तिथे घड़िए सुरत मत मन बुद्ध, the mind is transformed. And then जो किरपा करता है बंद कलासी पाने होए, वो फिर मेरी बंद कटदा है, मेरी कलासी जेड़ी है जेड़ी बंधन ने उन्हां नू मुक्त कराउंदा है। सो मैं ओदी शरण लैनी है। सो गुरु साहब जी कहंदे ने ओदी शरण लैनी है। सो ओदी शरण तो बगैर मैं अपनी गत नहीं कर सकता। सो ये राग तोड़ी दे विच दिस शब्द इज इन राग तोड़ी अंग 718, केवल एक शब्द है राग तोड़ी दे विच। हुण आओ सत संगत जीओ राग तिलंग दे विच आपां जेड़े गुरु तेग बहादुर जी दे 10 शब्द ने, इन्हां 3 शब्दां दी आपां विचार करिए। तिलंग महला नौमा काफ़ी, एक ओंकार सतगुर प्रसाद। नाउ इफ यू लुक एट द टाइटल तिलंग महला नौमा काफ़ी, हुण गुरु ग्रंथ साहिब जी दे विच तकरीबन 31 राग ने। हाँ जी, सो इट स्टार्ट्स विद श्री राग एंड द लास्ट राग इज जय जयवंती। सो इदां राग चलते ने। हुण जो तुसी राग चलते ने, फॉर एग्जाम्पल राग गौड़ी तुसी देखो, सोहला साहब दे विच भी तुसी वेखदे आ गौड़ी पूर्बी, गौड़ी दीप की। नाउ इन दिस केस इज काफ़ी तिलंग काफ़ी। सो व्हाट हैज़ हैपन इज दैट एस गुरबानी आउंदी है, राग जेड़े ने 2 रागां नू कंबाइंड करके एक कीता होया है। सो दिस बाणी combines 2 rag and then it becomes one title. So when you sing ए फिर तिलंग भी गा सकते ने, काफ़ी भी। हाँ जी, so this is just a short introduction. So in Guru Granth Sahib Ji there's also shabads where you have more than 1 rag combined together, इन्हू मिश्रित राग कहते हैं। तिलंग महला नौमा काफ़ी, हाँ जी, एक ओंकार सतगुरु प्रसाद। So this is by the 9th Guru in तिलंग and काफ़ी। So इत्थे महाराज जी रिमाइंडर दिंदे ने। हाँ जी, रिमाइंडर ऑफ द ह्यूमन लाइफ। गुरु साहब जी कहते ने चेतना है तो चेत लै, निस दिन मैं प्राणी, छिन छिन औद बिहात है, फूटे घट ज्यों ज्यों पानी रहो। चेतना मीन्स टू रिमेंबर। गुरु साहब जी कहते ने चेतना है, इट्स लाइक यू नो मदर गिविंग एडवाइस टू द सन और टू द चिल्ड्रन। गुरु साहब जी कहते ने बड़े प्रेम नाल, चेतना है तो चेत लै, इफ यू वांट टू रिमेंबर। जे तेरे दिमाग दे विच चेतन दी अवस्था है, गुरु साहब जी से इफ यू आर कॉन्शियस, चेतना है तो चेत लै, उसनू चेता कर, याद कर। कॉन्शियस थॉट जेड़ा है, चेतना है तो चेत लै। कहंदे निस दिन मैं प्राणी, कहंदे सदा लई, निस दिन, दिन ते रात ओनू याद कर। चेतना है तो चेत लै, उस दी आराधना, उसनू चेता कर। कदों गुरु साहब जी कहते ने निस दिन, दिन ते रात। प्राणी मीन्स द पर्सन हु टेक्स ब्रेथ इन एंड आउट, प्राणी। ओ मॉर्टल रिमेंबर हिम, ओनू याद कर दिन ते रात। चेतना है तो चेत लै, निस दिन मैं प्राणी। वाई गुरु साहब जी सेज डू दिस, क्योंकि अगे गुरु साहब जी कहते ने छिन छिन औद, कहते ने day by day, each moment, it's actually not even day, chin chin, every second that passes through, time by time, every moment, keh rahe ne, और it is, what is happening to it, फूट घट ज्यों प्राणी। कहते ने जिद्दां पानी जेड़ा है ना घटदा जांदा है। सो लेट्स से यू हैव वन मिट्टी दा भांडा, एक भांडा ले लो, ਉਹਦੇ ਵਿੱਚ छोटी जी मोरी है थल्ले। हाँ जी, there's a small hole under a pot, हाँ जी, or a pan, छोटी जी मोरी है। ते पानी जेड़ा ना थोड़ा थोड़ा, तवका तवका, drop by drop water is coming out। हाँ जी, doesn't look a lot, but you leave the cup overnight, all the water that is stored in that cup eventually will leak out. So Guru Sahib Ji says how the time passes on, your breath is finishing in the same way of how the water is in the cup that is slowly dripping off
and eventually the water is none of the water is left in the cup, it is zero, ਮੁੱਕ ਜਾਏਗਾ। ਗੁਰੂ ਸਾਹਿਬ ਜੀ ਕਹਿੰਦੇ ਇਸੇ ਹੀ ਤਰ੍ਹਾਂ ਤੇਰਾ ਜਿਹੜਾ ਜ਼ਿੰਦਗੀ ਹੈ ਨਾ ਨਿਕਲਦੀ ਜਾ ਰਹੀ ਹੈ। ਜਿੱਦਾਂ ਭਾਂਡੇ ਦੇ ਵਿੱਚੋਂ, ਟੁੱਟੇ ਹੋਏ ਭਾਂਡੇ ਦੇ ਵਿੱਚੋਂ ਪਾਣੀ ਤਵਕਾ ਤਵਕਾ ਨਿਕਲਦਾ ਹੈ, ਦਿਸਦਾ ਤਾਂ ਨਹੀਂ, ਧਿਆਨ ਉਹਨਾਂ ਨਹੀਂ ਹੁੰਦਾ, ਬਟ ਸਮਾਂ ਪਾ ਕੇ ਉਹ ਸਾਰਾ ਪਾਣੀ ਭਾਂਡੇ ਤੋਂ ਨਿਕਲ ਜਾਂਦਾ, ਭਾਂਡਾ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿ ਰਹੇ ਤੇਰੇ ਵੀ ਜਿਹੜੇ ਸਵਾਸ ਨਾ ਇੱਦਾਂ ਹੀ ਚਲਦੇ ਸਮੇਂ ਪਾ ਕੇ ਇਹ ਵੀ ਮੁੱਕ ਜਾਣਗੇ। ਹਾਂਜੀ, ਸੋਹਿਲਾ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਔਦ ਕਟੈ ਦਿਨ ਸੁਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ। ਆਪਾਂ ਰੋਜ਼ ਯਾਦ ਕਰਾਉਂਦੇ ਹਾਂ ਵੀ ਮੇਰਾ ਸਮਾਂ ਘਟਦਾ ਜਾ ਰਿਹਾ ਹੈ, ਕਿਸੇ ਦਾ ਸਮਾਂ ਨਹੀਂ ਵੱਧਦਾ। ਹਾਂਜੀ, ਮਹਾਰਾਜ ਜੀ ਕਹਿੰਦੇ ਛਿਨ ਛਿਨ ਔਦ ਬਿਹਾਤ ਹੈ, ਸਮਾਂ ਘਟਦਾ ਜਾ ਰਿਹਾ ਹੈ, ਫੂਟੇ ਘਟ ਜਿਉ ਪਾਣੀ ਰਹਾਓ। ਅੱਗੇ ਹੁਣ ਗੁਰੂ ਸਾਹਿਬ ਜੀ ਕਹਿ ਰਹੇ ਹਰ ਗੁਣ ਕਾਹੇ ਨਾ ਗਾਵੇ। ਸਵਾਲ ਹੈ ਉਸ ਪਰਮਾਤਮਾ ਦੇ ਗੁਣ ਤੂੰ ਕਿਉਂ ਨਹੀਂ ਗਾਉਂਦਾ? ਇਹ ਮਨ ਨੂੰ ਪੁੱਛਣਾ। ਜਦੋਂ ਆਪਾਂ ਸ਼ਬਦ ਪੜ੍ਹਦੇ ਨਾ ਹਰ ਗੁਣ ਕਾਹੇ ਨਾ ਗਾਵੇ, ਕਿਉਂ ਉਸ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ? ਉਹ ਮੇਰੇ ਮਨਾ ਮੂਰਖ ਅਗਿਆਨਾ। ਮਨ ਨੂੰ ਆਖਿਆ ਵੀ ਤੂੰ ਮੂਰਖ ਹੈ। ਮੂਰਖ ਮੀਨਸ ਫੂਲ, ਅਗਿਆਨਾ ਐੜਾ ਗਿਆਨ, ਗਿਆਨ means wisdom, ਅਗਿਆਨ means the opposite। ਕਹਿੰਦੇ ਜਿਹਦੇ ਕੋਲ ਅਗਿਆਨ ਹੈ, ਸੋ in English would be ignorant fool। ਕਹਿੰਦੇ ਉਸ ਨੂੰ ਤੂੰ ਕਿਉਂ ਨਹੀਂ ਪਿਆ ਗਾਉਂਦਾ? ਮੂਰਖ ਅਗਿਆਨਾ। ਅੱਗੇ ਕਹਿੰਦੇ ਨੇ ਉਹਨੂੰ ਤੂੰ ਗਾਉਂਦਾ ਨਹੀਂ, ਤੂੰ ਕਰ ਕੀ ਰਿਹਾ ਹੈ? ਝੂਠੇ ਲਾਲਚ ਲੱਗ ਕੇ। ਲਾਲਚ means greed। ਕਹਿੰਦੇ ਝੂਠੇ ਲਾਲਚ ਵਿੱਚ ਲੱਗਿਆ ਹੋਇਆ। ਇਹ ਜੱਗ ਜਿਹੜਾ ਝੂਠਾ ਹੈ ਇਹਦੇ ਪਿੱਛੇ ਲਾਲਚ ਹੈ ਤੇਰੀ। ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਤੂੰ ਮੌਤ ਨੂੰ ਨਹੀਂ ਪਛਾਣਿਆ। ਗੁਰਬਾਣੀ emphasize, ਗੁਰਬਾਣੀ do talk about death frequently। this is the reality। ਮੇਰੇ ਖਿਆਲ ਮੈਂ ਪਿਛਲੇ ਸੀਰੀਜ਼ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਕੀਤੀ ਸੀ। ਤੁਸੀਂ ਵੇਖੋ ਮੌਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵਾਰੀ ਯਾਦ ਕਰਾਉਂਦੇ ਨੇ, ਕਿਉਂਕਿ ਸਮਾਂ ਪਾ ਕੇ ਇਹ ਸੱਚਾਈ ਆਉਣੀ ਹੈ। ਜਿੱਦਾਂ ਬੱਚੇ ਨੇ ਪੇਪਰ ਲੈਣਾ ਹੈ ਨਾ, ਆ ਹੁਣ ਫਾਰਮ 5 ਜਿਹੜਾ ਐਗਜ਼ਾਮ ਆਉਣਾ ਹੈ, ਐਟ ਦ ਐਂਡ ਆਫ ਦ ਈਅਰ, ਐਂਡ ਆਫ ਦ ਟਰਮ ਪੇਪਰ ਬਹਿਣਾ ਹੈ। ਬੱਚੇ ਨੇ ਜਿਹੜਾ ਸਕੂਲ ਜਾਂਦਾ ਹੈ ਬੱਚਾ, ਉਹਨੇ ਪੇਪਰ ਬਹਿਣਾ ਹੈ। ਤੇ ਜਿਹੜੀ ਟੀਚਰ ਪੜ੍ਹਾਉਂਦੀ ਹੈ ਉਹਨੂੰ ਰੋਜ਼ ਯਾਦ ਕਰਾਉਂਦੀ ਹੈ, ਵੇਖ ਆਹ ਸਾਲ ਤੇਰਾ ਪੇਪਰ ਹੈ, ਪੜ੍ਹ ਲੈ, ਤੇਰੇ ਕੋਲ 40 ਦਿਨ ਪਏ ਨੇ, ਪੜ੍ਹ ਲੈ, ਤੇਰੇ ਕੋਲ 30 ਦਿਨ ਪਏ ਨੇ, ਪੜ੍ਹ ਲੈ। ਤੇ ਸਕੂਲ ਇਸ ਵਾਸਤੇ ਆਉਂਦਾ। ਹੁਣ ਗੁਰੂ ਸਾਹਿਬ ਜੀ ਇਸੇ ਕਨਸੈਪਟ ਨੂੰ ਵਰਤ ਕੇ ਕਹਿੰਦੇ ਨੇ ਬੰਦਿਆ ਜਾਣ ਲੈ, ਇੱਕ ਦਿਨ ਤੂੰ ਇੱਥੋਂ ਤੁਰ ਜਾਣਾ ਹੈ। ਜਿਸ ਕਾਰਜ ਵਾਸਤੇ ਤੂੰ ਆਇਆ ਹੈ ਉਹ ਕਾਰਜ ਸਵਾਰ ਲੈ। ਔਦ ਕਟੈ ਦਿਨ ਸੁਰੇ ਨਾਰੇ ਮਨ ਗੁਰੂ ਨੂੰ ਮਿਲ ਕੀ ਕਰਨਾ ਹੈ? ਕਾਰਜ ਸਵਾਰੇ, ਤੇਰਾ ਕਾਰਜ ਸਵਾਰ ਲੈ। ਸੋ ਇੱਥੇ ਮਹਾਰਾਜ ਜੀ ਕਹਿੰਦੇ ਨੇ ਝੂਠੇ ਲਾਲਚ ਲੱਗ ਕੇ, ਕਹਿੰਦੇ ਝੂਠੇ ਸੰਸਾਰ ਦੇ ਵਿੱਚ ਤੂੰ ਇੰਨਾ ਲਾਲਚ ਪਾ ਕੇ ਬੈਠਾ ਹੋਇਆ ਹੈ। ਕਹਿੰਦੇ ਨਹਿ ਮਰਨ ਪਛਾਨਾ। ਹਾਂਜੀ, ਤੈਨੂੰ ਮੌਤ ਤੂੰ ਪਛਾਣਦਾ ਨਹੀਂ, ਤੂੰ ਲਾਲਚ ਦੇ ਵਿੱਚ ਹੈ। ਅੱਗੇ 2000 ਮਿਲਦਾ ਸੀ, ਕਹਿੰਦਾ ਸੀ 2000 ਨਾਲ ਮੇਰਾ ਗੁਜ਼ਾਰਾ ਹੋ ਜਾਏਗਾ। ਫਿਰ ਕਹਿੰਦਾ ਨਹੀਂ 2000 ਮਿਲ ਗਿਆ, ਫਿਰ ਕਹਿੰਦਾ ਮੈਨੂੰ 4 ਚਾਹੀਦਾ ਹੈ। 4 ਤੋਂ ਬਾਅਦ ਕਹਿੰਦਾ ਇਹ ਸੱਚੀ ਗੱਲ ਹੈ। ਮੈਨੂੰ ਇੱਕ ਭਾਈ ਸਾਹਿਬ ਕਹਿੰਦੇ ਬੈਠ ਕੇ, ਕਹਿੰਦੇ ਲਾਲਚ ਜਿਹੜਾ ਹੈ ਨਾ ਇੱਦਾਂ, ਕਹਿੰਦਾ ਜਿਸ ਵੇਲੇ ਮੈਂ 10 ਇਹਨੇ ਬਿਜ਼ਨਸ ਕੀਤਾ, ਕਹਿੰਦਾ ਮੈਂ 10,000 ਕਮਾ ਲਾਂਗਾ, ਮੈਂ ਬੈਠ ਜਾਵਾਂਗਾ। ਕਹਿੰਦਾ 3 ਸਾਲ ਲਾਏ, ਉਹਨੇ 10,000 ਕਮਾਉਣਾ ਸ਼ੁਰੂ ਕਰ ਦਿੱਤਾ। ਕਹਿੰਦਾ ਹੁਣ 15,000 ਹੋ ਗਿਆ ਤੇ ਮੈਂ ਬਹਿ ਜਾਊਂਗਾ। ਹਾਂਜੀ, 15,000 ਹੋ ਗਿਆ, 3-4 ਸਾਲ ਬਾਅਦ 15,000 ਆਉਣ ਲੱਗ ਪਿਆ। ਕਹਿੰਦਾ ਹੁਣ ਜੇ 20,000 ਹੋ ਗਿਆ ਤਾਂ ਮੈਂ ਫਿਰ ਰਿਟਾਇਰ ਹੋ ਜੂ ਸਿੱਧਾ, ਫਿਰ ਉਸ ਤੋਂ ਬਾਅਦ ਮੈਂ ਥੋੜਾ ਕੰਮ ਸੌਖਾ ਹੋ ਜੂ ਮੇਰਾ। ਫਿਰ ਉਹਨੇ ਮਿਹਨਤ ਪਾਈ, 20,000 ਆਉਣਾ ਹੋ ਗਿਆ। 5 ਸਾਲਾਂ ਦੇ ਵਿੱਚ ਉਹਨੇ 20,000 ਕਮਾਉਣਾ ਸ਼ੁਰੂ ਕਰ ਦਿੱਤਾ। ਤੇ ਹੁਣ ਇੱਦਾਂ ਹੀ ਚੱਲਦਾ ਫਰੋਮ ਐਂਟਰਪ੍ਰਾਈਜ਼ ਉਹਨੇ ਆਪਣੀ ਕੰਪਨੀ ਨੂੰ ਵੱਡਾ ਕਰ ਲਿਆ। ਤੇ ਇੰਨਾ ਸਮਾਂ ਪਾ ਕੇ ਬਾਅਦ ਕਹਿੰਦਾ ਫਿਰ ਵੀ ਮੇਰੀ ਲਾਲਚ ਜਿਹੜੀ ਨਾ ਘਟੀ ਨਹੀਂ, ਕਹਿੰਦਾ ਵੱਧਦੀ ਗਈ। ਸੋ ਝੂਠਾ ਲਾਲਚ ਲੱਗ ਕੇ ਕਹਿੰਦੇ ਮੈਨੂੰ ਮੌਤ ਕਦੀ ਯਾਦ ਨਹੀਂ ਆਈ। ਸੋ ਇੱਦਾਂ ਬੰਦਾ ਝੂਠੇ ਲਾਲਚ ਦੇ ਪਿੱਛੇ ਲੱਗਦਾ ਫਿਰਦਾ ਹੈ। ਕਹਿੰਦਾ ਵੀ ਮੈਂ ਆ ਵੀ ਕਰ ਲਾਂ, ਫਿਰ ਉਸ ਤੋਂ ਫਿਰ ਲਾਲਚ ਬਣਦਾ ਹੈ। the greed keeps on coming in,
ਵੀ ਇੱਕ ਮਿਲ ਗਿਆ ਫਿਰ ਦੋ, ਦੋ ਤੋਂ ਬਾਅਦ ਤਿੰਨ, ਤਿੰਨ ਤੋਂ ਬਾਅਦ ਚਾਰ। ਕਹਿੰਦੇ ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਣਾ। ਕਹਿੰਦੇ ਮੈਨੂੰ ਮੌਤ ਦੇ ਬਾਰੇ ਕੋਈ ਪਛਾਣ ਨਹੀਂ ਆਈ, ਮੇਰੇ ਦਿਮਾਗ ਦੇ ਵਿੱਚ ਰਿਹਾ ਨਹੀਂ, ਮੈਂ ਇਸ ਝੂਠੇ ਸੰਸਾਰ ਦੇ ਵਿੱਚ ਪਿੱਛੇ ਹੀ ਲੱਗਾ ਰਿਹਾ। ਕਹਿੰਦੇ ਗੁਰੂ ਸਾਹਿਬ ਜੀ ਕਹਿ ਰਹੇ ਨੇ even then ਗੁਰੂ ਸਾਹਿਬ ਜੀ says ਅਜ ਹੂੰ ਕਛ ਬਿਗੜਿਓ ਨਹੀਂ। ਕਹਿੰਦੇ even though in whatever state you are, ਕਿੱਥੇ ਵੀ ਤੂੰ ਖੜਾ ਹੈ, ਬੜਾ ਦਿਆਲ ਹੈ ਮੇਰਾ ਗੁਰੂ, ਕਹਿੰਦਾ ਹੈ ਅਜ ਹੂੰ ਕਛ ਬਿਗੜਿਓ ਨਹੀਂ। ਕਹਿੰਦੇ even now nothing has been destroyed yet, there's no harm yet। ਕਹਿੰਦੇ ਨੇ ਕੀ ਕਰਨਾ ਪਏਗਾ ਬੰਦੇ ਨੂੰ in any state that you are। ਗੁਰੂ ਸਾਹਿਬ ਜੀ says ਅਜ ਹੂੰ ਕਛ ਬਿਗੜਿਓ ਨਹੀਂ, ਹਾਲੇ ਕੁਛ ਬਿਗੜਿਆ ਨਹੀਂ, ਹਾਲੇ ਕੋਈ ਕੰਮ ਬਿਗੜਿਆ ਨਹੀਂ। as long as you have the human body you still have the chance। ਤੁਸੀਂ ਗੁਰੂ ਅਮਰਦਾਸ ਦੀ ਹਿਸਟਰੀ ਨੂੰ ਪੜ੍ਹ ਕੇ ਵੇਖੋ, at what age he attained understanding, ਕਿਸ ਉਮਰ ਦੇ ਵਿੱਚ ਜਾ ਕੇ ਉਹਨਾਂ ਨੇ ਗੁਰੂ ਦਾ ਸ਼ਬਦ ਸੁਣਿਆ, ਕਿੰਨੇ ਸਾਲ ਉਹਨੇ ਸੇਵਾ ਕੀਤੀ। ਸੋ even though we are very late in our years, ਮਹਾਰਾਜ ਜੀ ਕਹਿ ਰਹੇ ਨੇ ਅਜ ਹੂੰ ਕਛ ਬਿਗੜਿਓ ਨਹੀਂ। or if you want to see at this in whatever state you are, ਕਿਹੜੇ ਵੀ ਮਨ ਦੇ ਵਿੱਚ ਹੈ ਵੀ ਮੈਂ ਇਹਦੇ ਵਿੱਚ ਉਲਝਿਆ ਹੋਇਆ, I am a very big sinner, whatever it is, ਗੁਰੂ ਸਾਹਿਬ ਜੀ says whatever state you are, ਅਬ ਅਜ ਹੂੰ ਕਛ ਬਿਗੜਿਓ ਨਹੀਂ, ਹਾਲੇ ਕੋਈ ਬਿਗੜਿਆ ਕੰਮ ਬਿਗੜਿਆ ਨਹੀਂ। ਕਹਿੰਦੇ ਨੇ ਕੀ ਕਰਨਾ ਹੈ, ਜੋ ਪ੍ਰਭ ਗੁਣ ਗਾਵੇ, ਜੋ ਪ੍ਰਭੂ ਦੇ ਗੁਣ ਗਾਉਂਦਾ ਹੈ ਨਾ, ਉਹਦਾ ਫਿਰ ਵੀ ਪਾਰ ਉਤਾਰਾ ਹੋ ਜਾਏਗਾ। ਹਾਂਜੀ, ਸੋ ਵੀ ਸਟਿਲ ਹੈਵ ਦ ਚਾਂਸ। ਗੁਰੂ ਸਾਹਿਬ ਜੀ ਕਹਿ ਰਹੇ ਨੇ ਹਾਲੇ ਕੁਝ ਬਿਗੜਿਆ ਨਹੀਂ, ਜੇ ਤੂੰ ਉਸ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦੇ, ਜੋ ਪ੍ਰਭ ਗੁਣ ਗਾਏ। ਕਹਿੰਦੇ even now no harm has been done if the person sing the praises of God। at the end ਗੁਰੂ ਸਾਹਿਬ ਜੀ says ਕਹੋ ਨਾਨਕ ਤਹ ਭਜਨ ਤੇ। ਕਹਿੰਦੇ ਨੇ ਜਿਸ ਦੇ ਗੁਣ ਗਾਉਣ ਦੇ ਨਾਲ, ਜਿਸ ਦੀ ਬੰਦਗੀ ਕਰਨ ਦੇ ਨਾਲ, ਜਿਸ ਦੀ ਭਜਨ ਮੈਂ ਕਰਨ ਦੇ ਨਾਲ ਨਿਰਭੈ ਪਦ ਪਾਵੇ। ਨਿਰਭੈ means fearless। I attain the state of fearlessness। ਉੱਥੇ ਫਿਰ ਮੈਨੂੰ ਕੋਈ ਡਰ ਨਹੀਂ ਰਹਿੰਦਾ, ਉਹ ਪਦ ਮੈਂ ਪਾਲ ਸਕਦਾ। ਸੋ ਗੁਰੂ ਸਾਹਿਬ ਜੀ in this ਸ਼ਬਦ give the glance of hope, says regardless of whatever state you are, whatever the mind has done, ਉਸ ਦਾ ਭਜਨ, ਉਸ ਦੀ ਬੰਦਗੀ, ਉਸ ਦੇ ਗੁਣ ਗਾ, ਫਿਰ ਵੀ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਸੋ ਇਹ ਰਾਗ ਤਿਲੰਗ ਦੇ ਵਿੱਚ ਪਹਿਲਾ ਸ਼ਬਦ ਹੈ। ਹੁਣ ਆਓ ਆਪਾਂ ਰਾਗ ਤਿਲੰਗ ਦੇ ਵਿੱਚ ਦੂਜਾ ਸ਼ਬਦ, this is at ਅੰਗ 726 ਰਾਗ ਤਿਲੰਗ। ਗੁਰੂ ਸਾਹਿਬ ਜੀ gives a reminder, ਇੱਕ ਚੇਤਾਵਨੀ ਦਿੰਦੇ ਨੇ। ਤਿਲੰਗ ਮਹੱਲਾ 9ਵਾਂ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਓ ਸੰਗ ਹੀ, ਸੋ ਪੀ ਸੰਗ ਨਾ ਹੋਇਆ ਰਹਾਓ। ਮਹਾਰਾਜ ਕਹਿੰਦੇ ਜਾਗ ਲਿਓ, you know like somebody is sleeping, ਆਪਾਂ ਕਹਿੰਦੇ ਨੇ ਉੱਠ ਪਾ, wake up। ਗੁਰੂ ਸਾਹਿਬ ਜੀ ਏਦਾਂ ਹੀ ਬੜੇ ਪ੍ਰੇਮ ਨਾਲ ਕਹਿੰਦੇ ਨੇ ਜਾਗ ਲਿਹੋ। ਕੌਣ ਸੁੱਤਾ? ਸਰੀਰ ਨਹੀਂ। ਕਹਿੰਦੇ ਨੇ ਰੇ ਮਨਾ, ਮਨ ਨੂੰ ਆਖਿਆ। ਕਹਿੰਦੇ ਮਨ ਸੁੱਤਾ ਪਿਆ ਹੈ, ਸਰੀਰ ਤਾਂ ਗੁਰਦੁਆਰੇ ਆਉਂਦਾ ਹੈ, ਸਰੀਰ ਤਾਂ ਹਾਜ਼ਰ ਹੈ, ਪਰ ਮਨ ਸੁੱਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਾਗ ਲਿਹੋ ਰੇ ਮਨਾ। ਕਹਿੰਦੇ ਉਹ ਮਨਾ, ਉਹ ਮਾਈ ਮਾਈਂਡ, ਵੇਕ ਅਪ। ਕਿੱਥੇ ਸੁੱਤਾ ਪਿਆ? ਮਹਾਰਾਜ ਜੀ ਕਹਿੰਦੇ ਨੇ ਕਹਾਂ ਗਾਫਲ ਸੋਇਆ, ਕਿਹੜੀ ਨੀਂਦ ਦੇ ਵਿੱਚ ਤੂੰ ਸੁੱਤਾ ਪਿਆ? where are you unaware of? ਜਾਗ ਲਿਹੋ ਰੇ ਮਨਾ, ਜਾਗ ਲਿਹੋ, ਜਾਗ ਪੈ, remain, wake up, oh my mind, wake up, where are you sleeping? ਕਹਾਂ ਗਾਫਲ ਸੋਇਆ, ਕਿੱਥੇ ਤੂੰ ਸੁੱਤਾ ਪਿਆ? ਮਨ ਜਾਗ। so when we read this ਸ਼ਬਦ, ਮਨ ਨੂੰ ਕਹਿਣਾ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਕਿੱਥੇ ਤੂੰ ਸੁੱਤਾ ਪਿਆ? Now I have a question। ਗੁਰੂ ਸਾਹਿਬ ਜੀ ਕਹਿ ਰਹੇ ਨੇ how am I asleep? so we will have to look at how are we unaware। ਗੁਰੂ ਸਾਹਿਬ ਜੀ says ਜਿਉ ਤਨ ਉਪਜਿਓ ਸੰਗ ਹੀ, ਜਿਸ ਤਨ ਦੇ ਨਾਲ ਉਪਜਿਆ, ਤਨ means body, the body which you are born with, ਉਪਜਿਆ means to be born, ਜਿਹੜੇ body ਦੇ ਨਾਲ ਤੂੰ ਇਸ ਜਨਮ ਦੇ ਵਿੱਚ, ਇਸ ਦੁਨੀਆ ਦੇ ਵਿੱਚ ਜਨਮ ਲਿਆ ਹੈ ਨਾ, ਗੁਰੂ ਸਾਹਿਬ ਜੀ says ਸੋ ਪੀ ਸੰਗ ਨਾ ਹੋਇਆ। ਕਹਿੰਦੇ ਇਹ ਵੀ ਤੇਰੇ ਨਾਲ ਨਹੀਂ ਜਾਣਾ। ਹਾਂਜੀ, ਸੋ ਇਸ ਗੱਲ ਨੂੰ ਤੂੰ ਜਾਣ ਲੈ, ਤੂੰ ਕਿਤੇ ਵਿੱਚ ਸੁੱਤਾ ਹੋਇਆ ਹੈ ਇਸ ਝੂਠੇ ਸੰਸਾਰ ਦੇ ਵਿੱਚ ਨੂੰ, ਇਸ ਸਰੀਰ ਨੂੰ ਤੂੰ ਮਾਨਿਆ ਹੋਇਆ ਵੀ ਤੇਰੇ ਨਾਲ ਜਾਏਗਾ।
ਗੁਰੂ ਸਾਹਿਬ ਜੀ ਕਹਿ ਰਹੇ ਜਿਸ ਸਰੀਰ ਨੂੰ ਤੂੰ ਲੈ ਕੇ ਪੈਦਾ ਹੋਇਆ ਨਾ, ਉਪਜਿਆ, to be born with, it started from the creation, it has been created, this body that has been created, ਇਹ ਤੇਰੇ ਨਾਲ ਨਹੀਂ ਜਾਣੀ। ਤੂੰ ਸੁੱਤਾ ਪਿਆ, ਮਨ ਇਸ ਨੂੰ ਵਿਚਾਰਦਾ ਨਹੀਂ ਹੈ, ਮਨ ਇਸ ਦੇ ਬਾਰੇ ਵਿੱਚ ਕੀ ਵੇਖਦਾ ਨਹੀਂ ਹੈ। ਮਹਾਰਾਜ ਜੀ ਕਹਿੰਦੇ the body which you are born with shall not go along with you। ਰਹਾਓ, ਜਾਗ ਪੈ ਮਨਾ, ਕਿੱਥੇ ਗਾਫਲ ਵਿੱਚ ਸੋਇਆ ਹੋਇਆ ਤੂੰ, ਇਹ ਸਰੀਰ ਤੇਰੇ ਨਾਲ ਨਹੀਂ ਜਾਣਾ। ਜਿਹੜਾ ਸਰੀਰ ਤੂੰ ਪੈਦਾ ਕੀਤਾ, ਜਿਸ ਦੇ ਨਾਲ ਤੂੰ ਪੈਦਾ ਹੋਇਆ ਹੈ ਨਾ, ਇਹ ਸਰੀਰ ਤੇਰੇ ਨਾਲ ਨਹੀਂ ਜਾਣਾ। ਰਹਾਓ, ਅੱਗੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿੱਥੇ ਸੁੱਤਾ ਹੋਇਆ ਹੈ, ਕਿੱਥੇ ਕਿਹੜੀ ਨੀਂਦ ਦੇ ਵਿੱਚ ਪਿਆ ਹੋਇਆ ਹੈ। ਗੁਰੂ ਸਾਹਿਬ ਜੀ ਕਹਿੰਦੇ ਮਾਤ ਪਿਤਾ ਸੁਤ ਬੰਦਪ ਜਨ ਹਿਤ ਸਿਉ ਕੀਨ, ਹਿਤ ਜਾਂ ਸਿਉ ਕੀਨ। ਕਹਿੰਦੇ ਜਿਹੜੇ ਮਾਤ ਪਿਤਾ, ਮਾਤਾ ਮੀਨਸ ਮਦਰ, ਪਿਤਾ ਮੀਨਸ father, ਸੁਤ ਮੀਨਸ children, ਬੰਦ ਮੀਨਸ ਬੰਧਨ, ਫੈਮਿਲੀ, ਰਿਸ਼ਤੇਦਾਰ, ਜਨ ਜਿਹੜੇ ਸਾਡੇ ਸਾਰੇ ਉਹ ਨੇ, ਕਹਿੰਦੇ ਉਹਦੇ ਨਾਲ ਤੂੰ ਪਿਆਰ ਕਰਕੇ ਬੈਠਾ, ਹਿੱਤ ਨਾਲ, ਛਾਤੀ ਨਾਲ ਤੂੰ ਪਿਆਰ ਲਗਾ ਕੇ ਬੈਠਾ ਹੋਇਆ ਹੈ। ਮਹਾਰਾਜ ਜੀ ਕਹਿੰਦੇ ਨੇ ਕਿਹੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ, ਤੂੰ ਸੋਚਦਾ ਇਹ ਸਦਾ ਲਈ ਤੇਰੇ ਨਾਲ ਨੇ। ਮਹਾਰਾਜ ਜੀ ਕਹਿੰਦੇ ਆ ਹੋਣਾ ਹੈ, ਜਿਉਂ ਛੂਟਿਓ ਜਬ ਦੇਹ ਤੇ, ਜਿਸ ਵੇਲੇ ਇਸ ਸਰੀਰ ਨੇ, ਇਸ ਆਤਮਾ ਨੇ ਸਰੀਰ ਤੋਂ ਛੱਡ ਕੇ ਛੁੱਟ ਗਈ, ਨਿਕਲ ਗਈ। ਹਾਂਜੀ, ਜਿਸ ਵੇਲੇ the day that the soul departs from the body, ਜਿਉਂ ਛੂਟਿਓ, ਜਿਸ ਵੇਲੇ ਇਹ ਜੀਵ ਜਿਹੜੀ ਹੈ ਨਾ, ਜੀਓ the soul, ਛੁੱਟਿਓ, ਇਸ ਸਰੀਰ ਦੇ ਵਿੱਚੋਂ ਨਿਕਲ ਗਈ, ਛੱਡ ਕੇ ਚਲੀ ਗਈ ਹੈ ਨਾ। ਜਬ ਦੇ ਤੇ, ਇਸ ਸਰੀਰ ਤੋਂ ਵਿੱਚੋਂ ਨਿਕਲ ਗਈ, ਕੀ ਹੋਣਾ ਹੈ, ਦਾਰ ਅਗਨ ਮੈਂ ਦੀਨਾ। ਕਹਿੰਦੇ ਅਗਨ ਦੇ ਵਿੱਚ ਇਹਨੂੰ ਦੀਨਾ, ਦੇ ਦੇਣਾ ਹੈ, ਅੱਗ ਦੇ ਇਹਨੇ ਅੱਗ ਨੂੰ ਦੇ ਦੇਣਾ ਹੈ। The translation says throw your body into the fire, ਇਸ ਸਰੀਰ ਨੂੰ ਅੱਗ ਲਾ ਕੇ ਇਹਨੇ ਦੇ ਦੇਣਾ ਹੈ। ਸੋ ਇਹ ਸਰੀਰ ਵੀ ਰਹਿਣਾ ਨਹੀਂ, ਜਿਸ ਇਸ ਕਿਉਂ normally the ਸਰੀਰ is the one we associate ourselves with everything else in this world. We use this body to associate everything in this world. Guru Sahib Ji says the day the soul depart from the body, it's going to be burned. And then Guru Sahib Ji says at the next pankti, what are you asleep in? जीवत लहो प्योहार है, प्योहार मीन्स बिजनेस। हाँ जी, कहते as long as you are alive, जीवत, as long as you are alive, all your worldly affairs are running। हाँ जी, your worldly affairs exist as long as you are alive। जीवत लो व्यवहार है, जिन्ना चਿਰ तू जींदा है, तेरा बिजनेस है, तेरे काम ने, तेरी ड्यूटी है, सारा कुछ है। But the day that you leave or you are gone, जग को तुम जानो। कहते इस गल नूं तू जान ले, known this very well, that the worldly affairs only are there till you are alive. The day you are not there, they are taken over by somebody else. You resign today, or you send your resignation letter, in a month your employer will start to find a replacement within 2 weeks. Hanji, you are a father, there are so many stories where fathers have abandoned and then the mothers take over their duties. There are so many countless orphans that have grown up without their parents, without that somebody else have taken, or they have looked into other alternatives. So Guru Sahib Ji says the worldly affairs are only there till you are alive. Yes, it's not, I'm not saying that we do not play a role in our worldly affairs. We do. But at the end of the day, we need to understand that all this is just temporary. It's not eternal. Hanji? And then Guru Sahib Ji says, at the end of the day, you must realize that this is not the eternal story. Tera ithe hor bhi maqsad hai, us maqsad nu pehchan। कह रहे ने तू सुता होया है। गुरु साहब जी कह रहे नानक हर गुण गायल है, कहते उस परमात्मा दे गुण गायल है, तू सुता होया है। जाग ले हो रे मना, जाग ले हो, कहाँ गाफल सोया, किथे सुता होया है। ते मैं सवाल पीता, गुरु साहब जी कहते सब सुफन समानो, कह रहे सारा संसार जिहड़ा है ना, सुपने वर्गा, सुपने दे विच समाया होया है। इट्स लाइक embedded
like a dream. It's just a dream. It's real, you feel it, you go through it, but it's not eternal. ਜਦੋਂ ਜਾਗ ਆਉਂਦੀ ਹੈ ਫਿਰ ਸੁਪਨਾ ਟੁੱਟ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਇਹ ਵੀ ਇੱਦਾਂ ਹੀ ਬੰਦਾ ਸੁੱਤਾ ਹੋਇਆ ਹੈ, ਇਹ ਬਸ ਇੱਕ ਸੁਪਨੇ ਵਰਗਾ ਹੈ। ਸੰਸਾਰ ਵੀ ਇੱਦਾਂ ਹੈ, ਸਦਾ ਲਈ ਨਹੀਂ ਰਹਿਣਾ, ਇੱਥੇ ਇੱਕ ਦਿਨ ਵਿਨਸ ਜਾਣਾ ਹੈ। ਤੇਰੀਆਂ ਡਿਊਟੀਆਂ ਹੈ, ਤੂੰ ਆਪਣੀਆਂ ਡਿਊਟੀਆਂ ਨਿਭਾ, ਬਟ ਡਿਊਟੀਆਂ ਨਿਭਾਉਂਦਿਆਂ ਹੋਇਆਂ ਇਸ ਗੱਲ ਨੂੰ ਸਮਝ ਲੈ that you are replaceable। ਹਾਂਜੀ, ਤੇਰੀ ਨੌਕਰੀ ਦੇ ਵਿੱਚੋਂ ਤੂੰ ਨਿਕਲ ਜਾ, ਦੂਜੇ ਤੀਜੇ ਦਿਨ ਕਿਸੇ ਹੋਰ ਨੂੰ ਰੱਖ ਲੈਣਗੇ। ਹਾਂਜੀ, ਸੋ ਆਪਣਾ ਆਪ ਨੂੰ ਪਹਿਚਾਨ, ਆਪਣਾ ਮੂਲ ਪਹਿਚਾਨ ਕਿੱਥੇ ਹੈ। ਮਹਾਰਾਜ ਜੀ ਕਹਿੰਦੇ ਇਸ ਮਨ ਨੂੰ ਜਾਗ, ਜਿਹੜਾ ਸੁੱਤਾ ਹੋਇਆ ਇਸ ਮਨ ਨੂੰ ਜਾਗ, ਇਸ ਮਨ ਨੂੰ ਆਖ, ਉਸ ਪਰਮਾਤਮਾ ਦੇ ਗੁਣ ਗਾ। ਹਾਂਜੀ, ਸੋ ਇਹ ਦੂਜਾ ਸ਼ਬਦ ਹੈ ਰਾਗ ਤਿਲੰਗ ਦੇ ਵਿੱਚ, ਜਿੱਥੇ ਮਹਾਰਾਜ ਜੀ ਕਹਿੰਦੇ ਨੇ ਮਨ ਸੁੱਤਾ ਹੋਇਆ ਹੈ, ਤੇ ਮਹਾਰਾਜ ਜੀ ਨੇ ਫਿਰ ਐਗਜ਼ਾਮਪਲ ਦਿੱਤੇ ਭਈ ਮਨ ਕਿੱਥੇ ਸੁੱਤਾ ਹੋਇਆ ਹੈ। ਐਟ ਦੀ ਐਂਡ ਗੁਰੂ ਸਾਹਿਬ ਜੀ ਸੇ ਨਾਨਕ ਹਰ ਗੁਣ ਗਾਏ ਲੈ, ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾ। ਹਾਂਜੀ, ਸੋ ਨਾਓ ਵੀ ਗੋ ਟੂ ਦ ਥਰਡ ਸ਼ਬਦ ਇਨ ਰਾਗ ਤਿਲੰਗ। ਹਾਂਜੀ, ਗੁਰੂ ਸਾਹਿਬ ਜੀ ਸੇਸ ਤਿਲੰਗ ਮਹੱਲਾ ਨੌਵਾਂ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਔਸਰ ਬੀਤ ਜਾਤ ਹੈ, ਕਹਿਓ ਮਾਨ ਲੈ ਮੇਰੋ ਰਹਾਓ। ਇਟਸ ਅ ਰਿਮਾਈਂਡਰ ਕਿ ਗੁਰੂ ਸਾਹਿਬ ਜੀ ਰਾਗ ਤਿਲੰਗ ਫਿਰ ਕਹਿੰਦੇ ਨੇ, ਫਿਰ ਸਾਨੂੰ ਐਡਵਾਈਸ ਦਿੰਦੇ ਨੇ, ਬੜੇ ਪਿਆਰੇ ਸ਼ਬਦ ਨੇ। ਗੁਰੂ ਸਾਹਿਬ ਜੀ ਕਹਿੰਦੇ ਹਰ ਜਸ ਰੇ ਮਨਾ, ਮਨ ਨੂੰ ਕਹਿੰਦੇ ਨੇ। ਸੋ ਵੈਨ ਵੀ ਰੀਡ ਪਾਠ ਵੀ ਗਿਵ ਇੰਸਟਰਕਸ਼ਨ ਟੂ ਆਵਰ ਸੈਲਫ। ਮੋਸਟ ਆਫ ਦ ਟਾਈਮ we give instruction to people, ਆ ਨਾ ਕਰ, ਆ ਕਰ, ਆ ਕਰਨਾ ਚਾਹੀਦਾ, ਆ ਨਹੀਂ ਕਰਨਾ ਚਾਹੀਦਾ, ਆ ਕਰ, ਆ ਨਾ ਕਰ, but we always forget to instruct ourselves। ਜਦੋਂ ਆਪਾਂ ਬਾਣੀ ਪੜ੍ਹਦੇ ਨਾ, ਗੁਰੂ ਸਾਹਿਬ ਜੀ ਕਿਸੇ ਨੂੰ ਨਹੀਂ ਕਹਿੰਦੇ, ਕਹਿੰਦੇ ਮਨ ਨੂੰ ਪਹਿਲਾਂ ਆਖ, ਕਹਿੰਦੇ ਨੇ ਮਨ, ਉਹ ਮੇਰੇ ਮਨਾ ਕੀ ਕਰਨਾ ਹੈ, ਹਰ ਜਸ ਰੇ ਮਨਾ। ਬੜੇ ਪਿਆਰ ਨਾਲ ਗੁਰੂ ਸਾਹਿਬ ਜੀ ਕਹਿੰਦੇ ਗਾਏ ਲੈ, ਗਾਲਾ, sing the praises of my mind। कह रहे ने जो संगी, why should I sing, जो संगी है तेरो। गुरु साहब जी कह रहे जो तेरे संग ने, your companion, तेरे नाल जाएगा। हाँ जी, because सत है, ये कदे बिनसदा नहीं। we have सत नाम, ਇਹਦਾ ਨਾਮ ਜਿਹੜਾ ਸਤ ਹੈ। ਸੋ ਸਤ ਪੁਰਖ, ਸਤ ਨਾਮ, ਸਤ ਗੁਰ, ਸਤ ਸੰਗਤ। ਗੁਰੂ ਸਾਹਿਬ ਜੀ ਕਹਿੰਦੇ ਉਹ ਸਤ ਹੈ, ਤੇਰੇ ਨਾਲ ਹੋਏਗਾ, ਤੇਰਾ ਸੰਗੀ ਹੋਏਗਾ। ਕਹਿੰਦੇ ਉਹਨੂੰ ਤੂੰ ਗਾ ਲੈ, ਜਿਹਦੇ ਤੇਰੇ ਨਾਲ ਜਾਣਾ ਹੈ ਉਹਨੂੰ ਤੂੰ ਲਿਆ ਨਹੀਂ, ਜਿਹੜਾ ਸਾਰਾ ਕੁਝ ਤੂੰ ਇੱਥੇ ਛੱਡ ਜਾਣਾ ਹੈ ਉਹਨੂੰ ਤੂੰ ਪਿਆ ਆਪਣੇ ਗਲਵਕੜੀ ਲੈ ਕੇ ਉਹਦਾ ਗੁਣ ਤੂੰ ਗਾਈ ਜਾਂਦਾ, ਉਹਦਾ ਨਾਂ ਤੂੰ ਗਾਈ ਜਾਂਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਐਂਡ ਦੈਨ ਗੁਰੂ ਸਾਹਿਬ ਜੀ ਸੇਸ ਗਾ ਲੈ, ਕਿਉਂ ਗਾਉਣਾ ਹੈ, ਰਿਐਲਿਟੀ ਵੇਖ ਕਿ ਔਸਰ ਬੀਤ ਜਾਤ ਹੈ। ਔਸਰ ਮੀਨਸ ਤੇਰਾ ਸਮਾਂ ਜਿਹੜਾ ਹੈ ਨਾ ਬੀਤਿਓ, ਇਟ ਇਜ਼ ਪਾਸਿੰਗ ਬਾਏ, ਯੋਰ ਟਾਈਮ ਇਜ਼ ਪਾਸਿੰਗ ਬਾਏ। ਦਿਨ ਤੇ ਰਾਤ ਜਾਂਦਾ ਹੈ, ਘਟਦਾ, ਕਦੀ ਵੱਧਦਾ ਨਹੀਂ। ਕਿਸੇ ਦਾ ਸਮਾਂ ਜ਼ਿੰਦਗੀ ਦੇ ਵਿੱਚ ਚੜ੍ਹਦਾ ਨਹੀਂ, ਸਮਾਂ ਸਾਡਾ ਘਟਦਾ ਹੈ। ਬਰਥਡੇ ਕੈਂਡਲ ਤੂੰ ਵਧਾਉਂਦਾ ਹੈ, ਹੁਣ 30 ਹੋ ਗਏ, ਤੂੰ 30 ਲਾਤੀਆਂ, ਪਿਛਲੇ ਸਾਲ ਇੱਕ ਘੱਟ ਸੀ, ਅੱਜ ਲਾਤੀਆਂ, ਅਗਲੇ ਸਾਲ ਨੂੰ 31 ਹੈ, ਇੱਕ ਵਧਾਤੀ, ਪਰ ਸਟਾਕ ਜਿਹੜਾ ਤੇਰਾ ਨਾ ਉਹ ਕੈਂਡਲਾਂ ਦਾ ਘਟਦਾ ਜਾ ਰਿਹਾ ਹੈ। ਸੋ ਗੁਰੂ ਸਾਹਿਬ ਜੀ ਸੇਸ ਔਸਰ ਬੀਤਿਓ ਜਾਤ ਹੈ, your time is passing away। ਕਹਿ ਰਹੇ ਨੇ ਕਹਿਓ ਮਾਨ ਲੈ ਮੇਰੋ, ਕਹਿ ਰਹੇ ਨੇ ਜਿਹੜੀ ਗੱਲ ਮੈਂ ਤੈਨੂੰ ਕਹਿੰਦਾ ਨਾ, listen to what I'm saying, ਰਹਾਓ। ਸੋ ਇਹ ਰਹਾਓ ਵਾਲਾ ਸ਼ਬਦ ਹੈ, ਇਸਨੂੰ ਵਿਚਾਰਨਾ ਹੈ, ਪੁੱਛਣਾ ਹੈ। Oh my mind, sing the praises, this is what will follow you। Why should you sing today? Your time is passing away, man। Look this, your time is passing, time will never wait। Today is Thursday, after this you will never get this time back, your time is passing away। So you need to act upon what you need to do। जो तेरा काम है ना वो गा। सो गुरु साहब जी कह रहे ने हर जस रे मना गाए ले। हाँ जी, क्यों समा तेरा कटदा जा रहा है, रहाओ। फिर अगे मन नू आख्या, गाउन दे बजाए मन की करता है। वेखो गुरु साहब जी कह रहे ने संपत रत धन राज स्यों। संपत property, rat means chariot। हाँ जी, so you will have chariot in those days। Nowadays you have Alfa Hard, Welfire, all these big cars, chariot ला। हाँ जी, धन means property, राज power। हाँ जी, स्यों,
So these are some examples. Guru Sahib Ji says, instead of singing, you are engrossed with property, chariot, cars, hanji, dhan and power. अत नेहो लगायो, बड़ा प्यार करके बैठा हुआ है। हाँ जी, सो गुरु साहब जी कह रहे ने तो ਇਹਦੇ ਨਾਲ ਬੜਾ ਪਿਆਰ ਲਗਾ ਕੇ ਬੈਠਿਆ। ਇਟਸ ਨਾਟ ਦੈਟ ਵੀ ਕੈਨੋਟ ਹੈਵ ਧਨ, ਵੀ ਕੈਨੋਟ ਹੈਵ ਪ੍ਰੋਪਰਟੀ, ਵੀ ਕੈਨੋਟ ਹੈਵ, ਵੀ ਨੀਡ, ਇਟਸ ਵੈਰੀ ਇੰਪੋਰਟੈਂਟ। ਲਾਈਕ ਪ੍ਰੀਵੀਅਸਲੀ ਆਈ ਸੇਡ, ਚਾਹੀਦੀ ਹੈ ਜਿੰਨੀ ਲੋੜ ਹੈ ਉਨੀ ਵਰਤਣੀ ਹੈ, ਉਸ ਦੀ ਪ੍ਰਸਾਦ। ਬਟ ਜੇ ਇਹਦੇ ਨਾਲ ਇੰਨਾ ਮੋਹ ਪਾ ਕੇ ਬੈਠ ਗਏ, ਬੜਾ ਹੀ ਪਿਆਰ ਲਗਾ ਕੇ ਬੈਠ ਲਿਆ, ਗੁਰੂ ਸਾਹਿਬ ਜੀ ਕਹਿ ਰਹੇ ਨੇ ਕੀ ਹੋਏਗਾ? ਕਾਲ ਫਾਸ ਜਬ ਗਲ ਪਰੀ। ਕਾਲ ਮੀਨਸ ਡੈਥ। when the death comes upon you, tighten your neck। हाँ जी, सब भयो परायो। कह रहे ने जिस वेले तेरे गले दे विच मौत दा फंदा आ गया, समा आ गया, तेरा धन, तेरा राज, तेरी रत, तेरी संपत सारी किसी और दी हो जानी है। है ना? I have this one incident जिथे आपां कहंदे ਇਹ सच्चियां गल्लां होईयां। ਅਸੀਂ ਉਹਨਾਂ ਦੇ ਨਾਲ ਹਰਸ ਦੇ ਵਿੱਚ ਬੈਠੇ ਸਾਂ। ਪਿਓ ਦੀ ਬੋਡੀ ਪਿੱਛੇ ਹੈ ਤੇ ਉਹਦਾ ਜਿਹੜਾ ਉੱਥੇ ਮੁੰਡਾ ਹੈ ਉਹਨੂੰ ਪੁੱਛ ਰਿਹਾ ਵੀ ਪ੍ਰੋਪਰਟੀ ਜਿਹੜੀ ਹੈ ਟ੍ਰਾਂਸਫਰ ਕਿੱਦਾਂ ਕਰਨੀ ਹੈ। ਹਾਲੇ ਪਿਓ ਨੂੰ ਅੱਗ ਦੇ ਉੱਤੇ ਰੱਖਿਆ ਨਹੀਂ, ਪ੍ਰੋਪਰਟੀ ਜਿਹੜੀ ਨੇ ਉੱਥੇ ਡਿਸਕਸ ਕਰ ਰਹੇ ਨੇ। ਹਾਲੇ ਲੈ ਕੇ ਜਾ ਰਹੇ ਨੇ ਸ਼ਮਸ਼ਾਨ ਭੂਮੀ ਨੂੰ। ਕਹਿ ਰਹੇ ਨੇ ਵੀ what shall how do we do, we get to do this, we need to settle the property as fast as possible। ਉਹ ਜਿਹੜਾ ਡਰਾਈਵਰ ਹੈ, he is well experienced in all this, so ਉੱਥੇ ਦਾ ਸੇਵਾਦਾਰ ਹੈ, so he is explaining to him, no, you need to wait, we need to get this all settled first। ਆਪਾਂ ਆਣ ਕੇ ਆ ਪਾਠ ਕਰਨਾ ਹੈ, ਉਸ ਤੋਂ ਬਾਅਦ ਆ ਪਾਠ ਪਾਣਾ, ਭੋਗ ਪਾ ਕੇ ਬਾਅਦ 10 ਦਿਨਾਂ ਤੋਂ ਬਾਅਦ, in that between process we need। ਪਰ ਤੁਸੀਂ ਵੇਖੋ ਇਹ ਸੱਚਾਈ ਹੈ। ਮੈਂ ਆਪਣੀ ਅੱਖੀ ਨਾਲ ਵੇਖਿਆ ਹੋਇਆ ਹੈ ਕਿ ਪਿਓ ਦੀ ਬੋਡੀ ਹਾਲੇ ਸਾੜੀ ਤੱਕ ਨਹੀਂ ਹੈ। already started to discuss ਕਿ ਇਹ ਪ੍ਰੋਪਰਟੀ ਘਰ ਜਿਹੜੇ ਨੇ ਕਿੱਧਰ ਜਾਣੇ ਨੇ, ਕਿਹੜੇ ਨੇ, ਉਹਨੇ ਵਿਲ ਬਣਾਈ ਕਿ ਨਹੀਂ, ਇੱਦਾਂ। ਹਾਂਜੀ, ਮਹਾਰਾਜ ਜੀ ਕਹਿੰਦੇ ਤੂੰ ਇਹਨਾਂ ਦੇ ਨਾਲ ਇੰਨਾ ਪਿਆਰ ਲਗਾ ਕੇ ਬੈਠਾ ਹੋਇਆ ਹੈ, ਬਟ ਜਦੋਂ ਤੇਰੀ ਮੌਤ ਦਾ ਸਮਾਂ ਆਇਆ ਨਾ, ਆ ਸਾਰਾ ਕੁਝ ਕਿਸੇ ਹੋਰ ਦਾ ਹੋ ਜਾਣਾ। ਇੱਕ ਰਾਜਾ ਮਰ ਗਿਆ, ਦੂਜਾ ਰਾਜਾ ਆ ਜਾਂਦਾ। ਇੱਕ ਪ੍ਰਧਾਨ ਮੰਤਰੀ ਨੂੰ ਲਾਤਾ, ਦੂਜਾ ਪ੍ਰਧਾਨ, ਨੈਵਰ ਟੇਕਸ ਅ ਡੇ ਦੂਜਾ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ ਹੈ। ਹਾਂਜੀ, ਕੁਰਸੀ ਕਿਸੇ ਵੀ ਹਾਲਾਤ 'ਚ ਵੇਖ ਲਓ, ਫਰੋਮ ਦ ਸਮੋਲੈਸਟ ਪੋਜੀਸ਼ਨ ਟੂ ਦ ਬਿਗੇਸਟ, AJK ਕੰਪੋਂਗ ਕਾ, ਗੁਰਦੁਆਰੇ ਦਾ ਪ੍ਰਧਾਨ ਕਾ, ਕਿੱਥੇ ਵੀ ਕਿਹੜੇ ਵੀ ਰਾਜ ਦੇ ਪੋਜੀਸ਼ਨ ਦੇ ਵਿੱਚ ਹੈ, there's ever somebody ready to take over। ਤੁਹਾਡੀ ਪ੍ਰੋਪਰਟੀ ਨੂੰ ਦੂਜੇ ਲੋਕਾਂ ਨੂੰ ਤਿਆਰ ਹੈ, ਸਾਰਾ ਕੁਝ ਇਹਨੂੰ ਟੇਕ ਓਵਰ ਕਰਨ ਵਾਸਤੇ ਦੂਜੇ ਹੈ ਨੇ, ਖੜੇ ਨੇ। ਕਹਿ ਰਹੇ ਨੇ the moment the body is death, the moment death arrive, whatever that is yours now doesn't even belong to you anymore, it belongs to someone else। So Guru Sahib Ji says, संपत रत धन राज स्यों अत नेहो लगायो। बड़ा प्यार लगा के बैठा होया सी, बट काल फास जब गल भरी, ਜਦੋਂ ਮੌਤ ਦੀ ਸਮਾਂ ਆਇਆ, ਇਹਨੇ ਤੇਰੇ ਗਲ ਦੇ ਵਿੱਚ ਪਾ ਦਿੱਤਾ। ਮੌਤ ਸਭ ਭਇਓ ਪਰਾਇਓ, ਸਾਰਾ ਪਰਾਇਆ ਹੋ ਗਿਆ, ਹੁਣ ਤੇਰਾ ਹੀ ਨਹੀਂ ਰਿਹਾ। ਹਾਂਜੀ, ਕਹਿ ਰਹੇ ਨੇ ਦੇਖਿਓ, ਗੁਰੂ ਅੱਗੇ ਕਹਿ ਰਿਹਾ ਹੈ ਉਸ ਦੇ ਗੁਣ ਗਾ ਲੈ। ਕਹਿ ਰਹੇ ਨੇ ਇਸ ਗੱਲ ਨੂੰ ਜਾਣ ਲੈ, ਜਾਣ ਬੂਝ ਕੇ ਬਾਵਰੇ ਤਹਿ ਕਾਜ ਬਿਗਾਰਿਓ। ਕਹਿ ਰਹੇ ਨੇ why do you do this? ਜਾਣ ਬੁੱਝ ਕੇ, purposely, you know it and you are doing it on purpose। ਜਾਣ ਬੂਝ ਕੇ ਬਾਵਰੇ, ਬਾਵਰੇ means madman, ਪਾਗਲ। ਕਹਿ ਰਹੇ ਨੇ ਤਹਿ ਕਾਜ ਬਿਗਾਰਿਓ, why are you ruining your affairs? तेरे कारज means work। कह रहे ने काज तू तेरे क्यों बिगाड़दा पिया है। हाँ जी, तेरे कारज तू बिगाड़दा पिया है। why do you do on purpose? किद्दां? महाराज जी कहंदे ने पाप करत, कहंदे ने तू पाप कर रहा है, कुछ नहीं नह गर्भ निवारियो। कहंदे ने अपने आप नू तू पापां तो करन तो रोकिया नहीं, नह गर्भ निवारियो। कहंदे ना तू अपनी ईगो, हाँ जी, निवारियो, यू हैव नेवर फॉरसेकन इट, यू हैव नेवर रिमूव्ड इट। अपने गर्भ नू, अपने ईगो नू तू घटाया नहीं। सो तू एक थां ते पाप करदा पिया है, अपने आप नू रोकदा नहीं, उथों तू रोकदा नहीं, ना तू अपने गर्भ नू घटाया है, इनू निवारिया नहीं, तू अपने आप नू गर्भ दे विच
in ego तो अपने आप ਨੂੰ conduct ਕਰ ਰਹੇ हैं। So कह रहे ने when you don't stop yourself from doing sin and you do not control your ego, you yourself are destroying yourself। जानबूझ के काज बिगाड़, you are basically destroying yourself। हाँ जी। And then Guru Sahib ji says, ਇਹ ਸੁਣ ਜਹ ਬਿਦ ਗੁਰ ਉਪਦੇਸਿਆ ਸੋ ਸੁਣ ਰੇ ਭਾਈ। ਕਹਿ ਰਹੇ ਨੇ ਜਿਹੜੀ ਬਿਦ ਨਾ ਗੁਰੂ ਤੈਨੂੰ ਪਿਆ ਸਮਝਾਉਂਦਾ ਹੈ, ਜਹ ਬਿਦ ਗੁਰ ਉਪਦੇਸਿਆ, ਗੁਰੂ ਨੇ ਉਪਦੇਸ਼ ਦਿੱਤਾ ਹੋਇਆ ਹੈ। ਹਾਂਜੀ, ਲਿਸਨ ਟੂ ਦ ਟੀਚਿੰਗ ਇੰਪਾਰਟਡ ਬਾਈ ਦ ਗੁਰੂ। ਜਹ ਬਿਦ ਜਿਹੜੀ ਵਿਦਿਆ, ਜਿਹੜੀ ਸਿੱਖਿਆ ਗੁਰੂ ਨੇ ਦਿੱਤੀ ਹੈ ਨਾ, ਗੁਰ ਉਪਦੇਸਿਓ, ਜਿਹੜੀ ਗੁਰੂ ਨੇ ਉਪਦੇਸ਼ ਨੂੰ ਦਿੱਤਾ ਹੈ, ਦ ਟੀਚਿੰਗ, ਉਪਦੇਸ਼ ਮੀਨਸ ਟੀਚਿੰਗ, the teaching that has been given by the Guru, listen to that teaching। Jeh bid gur upadesyo so sun re bhai। Oh brother, listen to the teaching of what the Guru say। What did the Guru say earlier? Guru says this, har jas re mana gaye le jo sangi hai tere। And then Guru Sahib ji says, ausar beet jaat hai kahyo maan leo mero। That your time is passing away, listen to this advice, sing the praises। So this is example, one of the teaching that the Guru has said in the entire Shabad. Guruji gives us so much of teaching. At the end of the day, Guru Sahib ji says, listen to that teaching la, follow। Hanji, jeh bid gur upadesya so sun re bhai। Oh brother, bade pyar naal kehndे ne, oh bhai, oh brother, listen to the teaching of what the Guru have told you। And then Guru Sahib ji says this, Nanak kahat pukar ke। Pukar means to proclaim loudly। Okay, whatever Guru's teaching, Guru never hide and tell, huh? Guru tell it out loud। Pukar pukar ke, you know, like you call someone, कहते Nanak proclaims, Nanak kahat pukar ke कह रहे ने, की कह रहे ने, गह्यो प्रभ सरनाई, कहते उस प्रभु दी शरण विच जा। Take the sharan of the Guru, take the sharan of the Guru, surrender yourself, listen to the teaching, follow it, eventually it will be able to save you। So a rag ਇਹ ਰਾਗ ਤਿਲੰਗ ਦੇ ਵਿੱਚ ਤੀਜਾ ਸ਼ਬਦ ਹੈ। ਸੋ ਇੱਥੇ ਗੁਰੂ ਸਾਹਿਬ ਜੀ ਐਡਵਾਈਸਸ ਦ ਮਾਈਂਡ। ਹਾਂਜੀ, in the first ਰਾਗ ਗੁਰੂ ਸਾਹਿਬ ਜੀ, in the first shabad in राग तिलंग, Guru Sahib ji says chetna hai to chet lo। Guru Sahib ji reminds us। In the second one says that we are sleeping, hanji, that we have never awakened। And then Guru Sahib ji in the third shabad says again, har jas re mana gaye la jo sangi hai tere। So Guru Sahib ji again reminds us कि उस परमात्मा दे गुण ਨੂੰ ਗਾ। So that was in ਰਾਗ ਤਿਲੰਗ। ਹੁਣ ਆਪਾਂ ਜਿਹੜੇ ਤਿੰਨ ਬਾਕੀ ਸ਼ਬਦ ਨੇ ਰਾਗ ਬਿਲਾਵਲ ਦੇ ਵਿੱਚ ਉਹਨਾਂ ਦੀ ਵਿਚਾਰ ਕਰਨੀ ਹੈ। So next we are going to go to ਰਾਗ ਬਿਲਾਵਲ which is on ਅੰਗ 830 to 831। ਰਾਗ ਬਿਲਾਵਲ ਮਹੱਲਾ ਨੌਵਾਂ, ਦੋ ਪਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। Rag Bilawal is a rag. We have 31 rags in Guru Granth Sahib Ji. Mahalla Nauma is the 9th Guru, so Guru Tegh Bahadur Ji. Now we have the word Dopade. Dopade means do padiyan wala. Pade means stanza. So we have the word Dopade, Chaupade, and we also have Ashtapadiyan। ਹਾਂਜੀ, ਸੋ ਅਸ਼ਟਪਦੀਆਂ ਫॉर ਐਗਜ਼ਾਮਪਲ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ, ਆਪਾਂ ਆਮ ਕਰਕੇ ਅਸ਼ਟਪਦੀ ਸੁਣਦੇ ਹਾਂ। ਸੋ ਵੀ ਵਿਲ ਰੀਡ ਦ ਸ਼ਲੋਕ, ਉਸ ਤੋਂ ਬਾਅਦ ਅਸ਼ਟਪਦੀਆਂ ਆਉਂਦੀਆਂ। ਸੋ ਜਿਹੜੇ ਨਿਤਨੇਮ ਸੁਖਮਨੀ ਸਾਹਿਬ ਦਾ ਕਰਦੇ ਨੇ, ਅਸ਼ਟਪਦੀਆਂ ਮੀਨਸ 8 ਪਦੀਆਂ ਵਾਲਾ ਸ਼ਬਦ। ਸੋ ਇਨ 1 pada there is 10 lines, so then will come number 2, second pada will have 10, this is for sukhmani। so 10 10 10 10 10 ਕਰਕੇ 8 ਵਾਰੀ, ਉਸ ਤੋਂ ਬਾਅਦ 8 ਪਦੀਆਂ, ਉਹਨੂੰ ਆਪਾਂ ਅਸ਼ਟਪਦੀਆਂ ਕਹਿੰਦੇ। So there are 8 stanzas, how like we used to learn in schools, we have poetry stanza। so in here dopade means 2 stanzas। so ਤੁਸੀਂ ਜਦੋਂ ਇਹਦੇ ਸ਼ਬਦ ਦੀ ਨੰਬਰਿੰਗ ਵੇਖੋਗੇ, 1 for a how it will be 1 again, and then at the end will be 2। so ਜਦੋਂ ਆਪਾਂ ਪਾਠ ਕਰਦੇ ਹਾਂ, ਦੋ ਪਦੇ means ਦੋ ਪਦੀਆਂ ਵਾਲਾ ਸ਼ਬਦ। the ਰਹਾਉ is the central idea, ਉਹਦੀ ਗਿਣਤੀ ਜਿਹੜੀ ਵੱਖਰੀ ਹੈ। ਰਹਾਉ ਦੀ ਹਮੇਸ਼ਾ ਇੱਕ ਹੋਏਗੀ, ਸੋ ਉਹਨੂੰ ਇੱਕ ਅੱਡ ਹੈ, ਤੇ ਬਾਕੀ ਦੇ ਜਿਹੜੇ ਸ਼ਬਦ ਹੋਣਗੇ, ਲਾਈਨਾਂ ਹੋਣਗੀਆਂ, ਇਹਦੇ ਮਤਲਬ ਵਿੱਚ ਦੋ
ਪਦੇ ਨੇ, ਇੱਕ ਪਹਿਲਾ ਪਦਾ ਤੇ ਦੂਜਾ ਪਦਾ। ਇਫ ਇਟ ਇਜ਼ ਚੌਪਦੇ then you will have 4 ਚੌਪਦੇ, then you have ਅਸ਼ਟਪਦੀਆਂ, and we also have 16 16ਵੇਂ in Guru Granth Sahib Ji 16 stanzas। so in this case Rag Bilawal Mahalla Nauma Dopade, there will be 2 stanzas here plus with 1 Rahau। so let's go into the Shabad in Rag Bilawal। Guru Sahib Ji ਇਸ ਸ਼ਬਦ ਦੇ ਵਿੱਚ ਸਾਨੂੰ ਕਹਿੰਦੇ ਨੇ, ਦੁੱਖ ਹਰਤਾ ਹਰ ਨਾਮ ਪਛਾਨੋ, ਅਜਾ ਮਲ ਗਨਕਾ ਜਹ ਸਿਮਰਤ ਮੁਕਤ ਪਾਹੇ ਜਹ ਜਾਨੋ ਰਹਾਓ। so in this Shabad Guru Sahib Ji describes about the ਨਾਮ, ਜਿਨ੍ਹਾਂ ਨੇ ਉਸ ਰੱਬ ਦਾ ਨਾਮ ਨਾਲ ਜੁੜੇ ਨੇ, ਉਹਨਾਂ ਦੀ ਜਿਹੜੀ ਹੈ ਜੀਵਨ ਜਿਹੜਾ ਹੈ ਆਪਣੇ ਆਪ ਨੂੰ ਮੁਕਤ ਕੀਤਾ ਹੋਇਆ ਹੈ। so Guru Sahib Ji here describes the greatness of Naam, and Guru Sahib Ji gives example. First, Guru Sahib Ji says Dukh Harta. Harta means the remover or destroyer, the one that dispels. Dukh nu haran wala, the one that dispels sorrow. Har naam pachano, ਉਹਦਾ ਨਾਮ ਜਿਹੜਾ ਹੈ ਦੁੱਖ ਨੂੰ ਮਿਟਾਉਣ ਵਾਲਾ, ਦੁੱਖ ਨੂੰ ਪਰਾਂ ਕਰਨ ਵਾਲਾ, the dispel of sorrow, ਉਹਦਾ ਨਾਮ ਹੈ। ਹਾਂਜੀ, ਉਹਦਾ ਨਾਮ ਜਿਹੜਾ ਹੈ ਦੁੱਖ ਨੂੰ ਦੂਰ ਕਰਦਾ ਹੈ। ਕਹਿੰਦੇ ਨੇ, then Guru Sahib Ji give example, Ajamal। Ajamal we have listened to the earlier also। Ajamal is also referred as Ajamal Papi। so ਉਹਨੇ ਆਪਣੇ ਗੁਰੂ ਦੀ ਜਿਹੜੀ ਸਿੱਖਿਆ ਸੀ ਉਸ ਨੂੰ ਨਹੀਂ ਸੁਣੀ, ਉਹਨੇ ਗੁਰੂ ਦੇ ਉਲਟ ਜਾ ਕੇ ਕੰਮ ਕੀਤਾ ਤੇ ਉਹਨੂੰ ਪਾਪੀ ਮੰਨਿਆ ਗਿਆ ਸੀ। ਐਟ ਦੀ ਐਂਡ ਆਫ ਦ ਡੇ ਉਹਦਾ ਨਾਂ ਜਿਹੜਾ ਪੁੱਤਰ ਸੀ ਉਹਦਾ ਨਾਂ ਉਹਨੇ ਨਾਰਾਇਣ ਰੱਖਿਆ, ਤੇ ਨਾਰਾਇਣ ਪਰਮਾਤਮਾ ਦਾ ਨਾਂ ਹੈ। ਫਿਰ ਉਹਨੇ ਆਪਣੇ ਪੁੱਤ ਨੂੰ ਨਾਰਾਇਣ 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 ਬਹੁਤ ਵਾਰੀ ਪੁਕਾਰਿਆ ਤੇ ਉਹਦੀ ਫਿਰ ਉੱਥੋਂ ਗਤੀ ਹੋਈ। ਸੋ ਅਜਾਮਲ ਪਾਪੀ ਹੈ। ਗਨਕਾ ਇਜ਼ ਬੇਸਿਕਲੀ ਅ ਪ੍ਰੋਸਟੀਟਿਊਟ। ਗਨਕਾ ਵੀ ਪਾਪਨ ਹੈ, ਬਟ ਇੰਨਾ ਪਾਪ ਕਰਦੇ that ਗੁਰਬਾਣੀ refers them as ਪਾਪੀ, but ਨਾਮ ਇੰਨਾ ਵੱਡਾ ਹੈ। This is why I say Guru Sahib Ji is ever merciful। If you read Sukhmani Sahib, ਨਾਮ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਹੋ ਸਕਦੀ। The third Ashtapadi compares ਨਾਮ with all the other worldly affair। ਜਾਪ ਤਾਪ ਗਿਆਨ ਸਭ ਧਿਆਨ, ਕਰ ਸਾਸਰ ਸਿਮਰਤ ਬਖਿਆਨ, ਜੋਗ ਅਭਿਆਸ ਕਰਮ ਤਨ ਕਿਰਿਆ। You keep on counting the list at the end। ਨਹੀਂ ਤੁਲ ਰਾਮ ਨਾਮ ਵਿਚਾਰ, ਕਹਿੰਦੇ ਨੇ ਨਾਮ ਦੇ ਨਾਲ ਇਹਨਾਂ ਦੀ ਕੋਈ ਤੁਲਨਾ ਨਹੀਂ ਕਰ ਸਕਦੀ। Any worldly affairs or ritual cannot be compared to the greatness of the ਨਾਮ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਡੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਫਿਰ ਵੀ ਅਮੋਲ ਹੈ। ਮੋਲ means you can buy। ਇਹਦਾ ਮੁੱਲ ਕਿੰਨਾ? 2 ਡਾਲੇ 3 ਡਾਲੇ 4 ਡਾਲੇ। ਅਮੋਲ means it does not have a price tag। ਨਾਮ ਇੰਨਾ ਵੱਡਾ ਹੈ। ਸੋ ਅਜਾਮਲ ਐਂਡ ਗਨਕਾ being ਪਾਪੀ, ਗੁਰੂ ਸਾਹਿਬ ਜੀ ਕਹਿ ਰਹੇ ਨੇ ਜਹ ਸਿਮਰਤ, ਜਿਸ ਦਾ ਸਿਮਰਨ ਕਰਨ ਦੇ ਨਾਲ ਕੀ ਹੋਇਆ? ਇਹਨਾਂ ਦੋਨਾਂ ਦਾ ਮੁਕਤ ਭਏ। ਜਹ ਜਾਨੋ, ਜਾਨੋ means to know this, that even though he was a papi and she was a papan, what has happened? Were liberated। Let your soul know this। Today you tell to your soul, Mukt pae jeh jano। O soul, recognize these। These were the people who are attached with the name of Papi and Papan। So ਆਪਾਂ ਵੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਪੁੱਠੇ ਕੰਮ ਕੀਤੇ। Most of the people say that I am the president of the Papis Club। ਕਹਿੰਦੇ ਨੇ ਜੇ ਪਾਪੀਸ ਕਲੱਬ ਹੋਵੇ ਨਾ ਮੈਂ ਉਹਦਾ ਪ੍ਰੈਜ਼ੀਡੈਂਟ ਹਾਂ। when we talk generally this is what they will say, ਮੈਂ ਤਾਂ ਬੜੇ ਪਾਪ ਕੀਤੇ। ਬਟ ਤੁਹਾਡੇ ਨਾਂ ਦੇ ਨਾਲ ਪਾਪੀ ਨਹੀਂ ਜੁੜਿਆ। ਨਾਮ ਇੰਨਾ ਵੱਡਾ ਹੈ ਨਾ, ਜਿਸ ਬੰਦੇ ਦੇ ਨਾਮ ਦੇ ਨਾਲ ਪਾਪੀ ਜੁੜਿਆ ਸੀ ਨਾ, ਉਹਦਾ ਵੀ ਪਾਰ ਉਤਾਰਾ ਹੋ ਗਿਆ। ਬੰਦਿਆ ਤੂੰ ਪਾਪ ਕੀਤੇ ਹੋਣਗੇ, ਬਟ ਨਾਮ ਇੰਨਾ ਵੱਡਾ ਹੈ ਕਿ ਤੈਨੂੰ ਵੀ ਮੁਕਤ ਕਰਾ ਦੇਗਾ। ਜੇ ਪਾਪੀ ਤੇ ਪਾਪਨ ਮੁਕਤ ਹੋ ਗਏ ਨੇ, ਗੁਰੂ ਸਾਹਿਬ ਜੀ ਐਗਜ਼ਾਮਪਲ ਦਿੰਦੇ ਨੇ, ਤੂੰ ਕੀ ਸਮਝਦਾ ਪਈ ਤੇਰਾ ਨਹੀਂ ਪਾਰ ਉਤਾਰਾ ਹੋ ਸਕਦਾ? For those, these two names have been associated with Papi and Papan। That means they have done so much of pap in their life that people started refer them Ajamal Papi, Ganka Papan। They have accustomed themselves with sin। The sin has become their surname and they are liberated। We have the chance।
ਕਿਰਪਾ ਕਰੇਗਾ। ਉਸ ਨਾਮ ਨਾਲ ਜੁੜੀਏ, ਉਸ ਪ੍ਰਭੂ ਦੀ ਗੁਣ ਨਾਲ ਜੁੜੀਏ। ਹੀ ਇਜ਼ ਐਵਰ ਮਰਸੀਫੁਲ, ਤੇ ਉਹਦਾ ਨਾਮ ਇੰਨਾ ਵੱਡਾ ਕਿ ਸਾਡਾ ਵੀ ਪਾਰ ਉਤਾਰਾ ਹੋ ਜਾਏਗਾ। ਭਰੋਸਾ ਹੋਣਾ ਚਾਹੀਦਾ ਹੈ। ਅਜਾ ਮਲ ਗਨਕਾ ਜਹ ਸਿਮਰਤ, ਜਿਸ ਸਿਮਰਤ ਕਰਨ ਦੇ ਨਾਲ ਜਾਣ ਲੈ ਕੀ ਹੋਇਆ, ਮੁਕਤ ਪਏ ਜਹ ਜਾਨੋ, ਉਹ ਮੁਕਤ ਹੋ ਗਏ। ਇਸ ਗੱਲ ਨੂੰ ਜਾਣ ਲੈ ਰਹਾਓ। Then Guru Sahib Ji give more example. Gaj ki tras, miti. ਕਹਿੰਦੇ ਗੱਜ, the story of the elephant and the octopus, sometimes it's elephant with the crocodile. So elephant ਜਿਹੜਾ ਸੀ was being catch by the octopus or the crocodile, ਤੇ ਪਾਣੀ ਦੇ ਵਿੱਚ ਡੁੱਬ ਰਿਹਾ ਸੀ। ਹਾਂਜੀ, ਜਦੋਂ ਉਹ ਡੁੱਬ ਰਿਹਾ ਸੀ ਨਾ, ਉਹਦੀ ਜਿਹੜੀ ਚਿੰਤਾ ਜਿਹੜੀ ਸੀ ਨਾ ਉਸ ਵੇਲੇ ਕਹਿੰਦੇ ਨੇ ਮਿਟ ਗਈ। ਕਿਦੋਂ? ਜਬ ਹੀ ਰਾਮ ਪਖਾਨੋ, ਜਿਸ ਵੇਲੇ ਉਸਨੇ ਪਰਮਾਤਮਾ ਦਾ ਨਾਮ ਯਾਦ ਕੀਤਾ, his fear was taken away, his worries was taken away. And then Guru Sahib Ji give more example. Bhagat Dhruv. So Dhruv we have listened the Sakhi ਕਿ ਛੋਟੀ ਉਮਰ ਦੇ ਵਿੱਚ ਪਿਓ ਦੇ ਕੋਲ ਜਾ ਕੇ ਬਹਿਣ ਦੀ ਨੇ ਯਤਨ ਕੀਤਾ ਸੀ। ਫਿਰ ਉਹਦੀ ਜਿਹੜੀ ਸੌਤੇਲੀ ਮਾਂ ਸੀ ਉਹਨੇ ਉੱਥੋਂ ਉਠਾ ਦਿੱਤਾ ਤੇ ਕਹਿ ਰਹੇ ਨੇ ਕਿ ਤੂੰ ਇੱਥੇ ਨਹੀਂ ਬੈਠ ਸਕਦਾ। ਛੋਟੇ ਬੱਚੇ ਨੂੰ ਬੜਾ ਦੁੱਖ ਲੱਗਾ। ਕਹਿੰਦੇ ਨੇ ਵੀ ਜੇ ਮੈਂ ਇੱਥੇ ਬਹਿਣਾ ਕਿੱਦਾਂ, ਤੇ ਕਹਿੰਦੇ ਇਸਾਂ ਜਾ ਕੇ ਤੇਰੇ ਰੱਬ ਨੂੰ ਪੁੱਛ। ਐਂਡ ਦੈਨ ਹੀ ਵੈਂਟ ਔਨ, ਹੀ ਮੈਟ ਦਿਸ ਗਾਏ ਨਾਰਦ। ਫਿਰ ਨਾਰਦ ਕੋਲੋਂ ਇਹਨੇ ਸਿੱਖਿਆ ਲਈ ਭਈ ਬੰਦਗੀ ਕਿੱਦਾਂ ਕਰਨੀ ਹੈ। ਉੱਥੋਂ ਫਿਰ ਇਹਨੇ ਬੰਦਗੀ ਕੀਤੀ। ਐਂਡ ਦੈਨ ਬੜਾ ਕੁਝ ਉਹਨੂੰ ਡਰਾਉਣ ਦੇ ਯਤਨ ਕੀਤੇ, ਬੜੇ ਲਾਲਚ ਵੀ ਦਿੱਤੇ, ਬਟ ਹੀ ਰਿਮੇਨ ਸਟੇਡੀ ਕਿ ਮੈਂ ਉਸ ਪਰਮਾਤਮਾ ਨੂੰ ਮਿਲਣਾ। ਐਂਡ ਦੈਨ ਵਾਂਟ ਟੂ ਆਸਕ ਹਿਮ ਹਾਊ ਕੈਨ ਆਈ ਸਿਟ ਔਨ ਮਾਈ ਫਾਦਰਸ ਲੈਪ। So he was very steady. Even though so many challenges came to him, he remained focused. So in our path also, as we go on, there will be many challenges in life. But like how Dhruv listened to Narad's teaching, ਉਹਦੇ ਗੁਰੂ ਦੀ ਸਿੱਖਿਆ ਸੁਣ ਕੇ ਉਹਨੇ ਬਚਨ ਕਮਾਇਆ। We also passing through this, we will face a lot of challenges. We listen to our Guru and we must remain steady on our path. ਸੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਨਾਰਦ ਕਹਿਤ ਸੁਨਤ ਧਰੂ ਬਾਰਕ। ਕਹਿੰਦੇ ਨਾਰਦ ਦੀ ਸਿੱਖਿਆ ਲੈ ਕੇ ਜਿਹੜਾ ਬੱਚਾ ਸੀ ਨਾ ਧਰੂ, ਭਜਨ ਮਾਹੇ ਲਪਟਾ ਨੂੰ, ਉਹਨੇ ਆਪਣੀ ਭਜਨ ਬੰਦਗੀ ਦੇ ਵਿੱਚ ਪੂਰਾ ਧਿਆਨ ਲਗਾਇਆ। ਗੁਰੂ ਦੇ ਬਚਨਾਂ ਨੂੰ ਲੈ ਕੇ ਭਗਤ ਧਰੂ, ਜਿਹੜਾ ਆਪਾਂ ਕਹਿੰਦੇ ਭਗਤ ਧਰੂ ਗੁਰੂ ਦੀ ਸਿੱਖਿਆ ਲੈ ਕੇ, ਨਾਰਦ ਦੀ ਸਿੱਖਿਆ ਲੈ ਕੇ ਉਹਨੇ ਆਪਣੀ ਬੰਦਗੀ ਦੇ ਵਿੱਚ ਆਪਣਾ ਮਨ ਜਿਹੜਾ ਸੀ ਠਹਿਰਾਇਆ ਰੱਖਿਆ। even though he faced so many challenges, ਤੇ ਉਹਦਾ ਅੰਤਕਾਰ ਕੀ ਹੋਇਆ ਉਸ ਫਲ ਕਹਿੰਦੇ ਨੇ ਅਚਲ ਅਮਰ ਨਿਰਪੈ ਪਦ ਪਾਇਓ। he obtained the status achal means something that cannot be removed, immovable, amar eternal, nirpay fearless, pad payo, he obtained this state। ਹਾਂਜੀ, ਜਗਤ ਜਾਣਿਓ ਕਹਿ ਰਹੇ ਨੇ ਵੀ ਦੁਨੀਆ ਜਿਹੜੀ ਸੀ ਹੈਰਾਨ ਹੋ ਗਈ ਸੀ ਕਿ ਛੋਟੇ ਜਿਹੇ ਬੱਚੇ ਨੇ ਇਹ ਪਦ ਜਿਹੜਾ ਹੈ ਪਾਇਆ। ਹਾਂਜੀ, so what basically from here I can conclude is remaining in his path, listening to his Guru's teaching, he remained on the path, and at the end of the day he obtained this status, achal amar nirpay pad payo jagat jah harayo। ਕਹਿ ਰਹੇ ਨੇ ਇਹਨੇ ਆਪ ਪਦਵੀ ਪਾਈ ਹੈ। ਹਾਂਜੀ, at the end Guru Sahib Ji says ਨਾਨਕ ਕਹਿਤ ਭਗਤ ਰਚਕ ਹਰ। ਕਹਿ ਰਹੇ ਨੇ ਮੈਂ ਤੇਰੀ ਸ਼ਰਨ ਕਿੱਦਾਂ, ਮੈਂ ਤੇਰੀ ਭਗਤੀ ਦੇ ਵਿੱਚ ਕਰ ਰਿਹਾ ਹੈ ਤੇ ਤੂੰ ਮੇਰੇ ਉੱਤੇ ਕਿਰਪਾ ਕਰ। ਨਿਕਟ ਤਾਹੇ ਤੁਮ ਮਾਨੋ। ਕਹਿ ਰਹੇ ਨੇ ਇਸ ਗੱਲ ਨੂੰ ਮੰਨ ਲੈ ਕਿ ਉਹ ਤੇਰੇ ਨਾਲ ਹੈ, ਉਹ ਨਿਕਟ ਹੈ। ਨਿਕਟ ਮੀਨਸ ਨੀਅਰ। ਇਸ ਗੱਲ ਨੂੰ ਜਾਣ ਲੈ ਕੇ ਰੱਬ ਤੇਰੇ ਨਾਲ ਹੈ, ਕਿਧਰੇ ਦੂਰ ਨਹੀਂ। ਪਿਛਲੇ ਹਫ਼ਤੇ ਆਪਾਂ ਸੁਣਿਆ ਸੀ ਵੀ ਜੰਗਲਾਂ ਦੇ ਵਿੱਚ ਕਿਦੋਂ ਕਿਆ ਭਾਲਣ ਜਾਂਦਾ ਹੈ, ਤੇਰੇ ਅੰਦਰ ਹੈ। ਸੋ ਗੁਰੂ ਸਾਹਿਬ ਜੀ ਕੀਪਸ ਔਨ ਐਮਫਸਾਈਜ਼ਿੰਗ ਦਿਸ that the God is with you, ਤੇਰੇ ਸੰਗ ਹੈ, ਤੇਰੇ ਨਾਲ ਹੈ। ਕਹਿ ਰਹੇ ਉਸ ਦੀ ਭਗਤੀ ਕਰ ਜਿਸ ਦੀ ਕਰਨ ਦੇ ਨਾਲ the saving grace of the protector will able to save you, and it is not far, he is with you। ਹਾਂਜੀ, so this is the first ਸ਼ਬਦ in ਰਾਗ ਬਿਲਾਵਲ। ਹੁਣ ਦੂਜਾ ਸ਼ਬਦ ਦੀ ਆਪਾਂ ਵਿਚਾਰ ਕਰੀਏ। ਬਿਲਾਵਲ ਮਹਲਾ 9ਵਾਂ। ਹਰ ਕੇ ਨਾਮ ਬਿਨਾ ਦੁਖ ਪਾਵੈ,
ਭਗਤ ਬਿਨਾ ਸਹਿਸਾ ਨਹਿ ਚੁਕੈ ਗੁਰ ਇਹ ਭੇਦ ਬਤਾਵੇ ਰਹਾਉ। So basically Guru Sahib Ji here talks about dukh and chinta। कह रहे भगत कह रहे ने नाम तो बगैर बंदा दुख पाਉਂਦਾ है। हर के नाम बिना विदाउट नाम हर के उस परमात्मा दे नाम तो बगैर दुख पावे इन्हें दुख ही पाਉਣਾ है। हाँ जी, जो अपनी गल चलता है, जो अपने कहने विच चलता है, अपने भाने जो चले विछड़ चोटां खाए उन्हें विछड़ के चोटां इन्हें दुख ही खाने ने। सो इफ यू डू नॉट हैव द नाम विथ यू तेनू दुख मिलणगे। हाँ जी, हर के नाम बिना दुख पावै। गुरु साहब जी then says भगत बिना भगती तो बिना सहसा नह चुकै। सहसा मीनस जेड़े वरीज नॉट वरीज डाउट जेड़े साडे डाउट हुंदे ने सहसा डुअल माइनस नह चुके ये खत्म नहीं हुंदे। ये गुर ये भेद बतावे। गुरु साहब जी कह रहे ने इस गल नू जान लै कि नाम तो बगैर तू दुख पावेगा, भगती तो बगैर तू जेड़ी मन दी सहसा है द डाउट विल नॉट बी डिस्पेल्ड। हाँ जी, बंदा फिर बंदा इधर भी हो जाता इधर भी हो जाता। जिन्ना चिर तू गुरु दे शब्द नाल बंदगी नहीं कीती तेरे जेड़े चुका सहसा जेड़ा है ये निकलदा नहीं। बंदा भरमा दे विच बंदा दुविधा दे विच पिया हुंदा है। हाँ जी, सो बंदा हनेरे दे विच हुंदा है। सो जिस वेले ये गुरु दे नाल जुड़दा है, भगती करता है, भगत बिना गुरु दे नाल गुरु दे शब्द दी विचार करता है, भगती करता है, फिर ये जेड़े भरम ने ये निकले जाते हैं। हाँ जी, एंड देन गुरु साहब जी then keeps on in the next line Guru Sahib Ji says कहा पयो तीर्थ बरत कह रहे ने कहाँ पयो वट सवाल है भाई तू की कर रहे हैं, तू तीर्थां ते तीर्थ बरत तू तीर्थां ते जाके कम अपना क्रिया पिया करदा है, तू बाहरों कर्म ता करदा पिया है। हाँ जी, outwardly you are going to all these places। हाँ जी, बट राम शरण नहीं आवे, बट मन नू जेड़ा है राम दे शरण दे विच नहीं पाए। सो physical body is going to the physical place but the mind राम शरण दे विच नहीं गया। So we just do the physical क्रियास but अपने मन नू आपां गुरु दे शरण दे नाल नहीं जोड़िया। And then Guru Sahib Ji says जोग जग नहफल तह मान्यो। कह रहे ने ओ जोगा ओ जग means sacrifice। Okay, so you have many sacrificial rituals। Guru Sahib Ji says understand this that these are only fruitful जो प्रभ जस बिसरावे। कह रहे ने जेड़ा परमात्मा दा नाम याद कीता है ओही फल पैंदा है। हाँ जी, and then Guru Sahib Ji says that दुनिया जेड़ी है कि उस गुण दे विच नहीं गाउंदी। हाँ जी, जोग जग नहफल तह मान्यो जो प्रभ जस बिसरावे। कह रहे ने उस एक परमात्मा दा नाम जेड़ा है ना जो प्रभ जस बिसरावे, कह रहे उस परमात्मा दे नाम नू विसार दिंदे ने। What is the purpose of you doing this yoga? What is the purpose of you doing this jag and all that? In that process you have forgotten the Lord। In the process of doing the rituals और रब दा नाम याद नहीं आया और रिचुअल करन दा की फायदा। सो ये सवाल गुरु साहब जी कह रहे हैं। in the first line Guru Sahib Ji says कहाँ पयो तीर्थ बरत कह रहे ने तीर्थां ते जाके तू जा रहे हैं पर मन नू तू अपने शरण दे विच नहीं दिता। You have never surrendered, you are just doing physical kriya। And then Guru Sahib Ji in the next line Guru Sahib Ji says jog jag nehfal teh manyo। He says that know that yoga and sacrificial fees are fruitless। कह रहे ने ਇਹਦੇ ਵਿੱਚ ਤੈਨੂੰ ਕੋਈ ਫਲ ਨਹੀਂ ਮਿਲਦਾ। ਕਿਉਂ? ਜੋ ਪ੍ਰਭ ਜਸ ਬਿਸਰਾਵੇ, परमात्मा ਦਾ ਜਸ ਜਿਹੜਾ ਸੀ ਨਾ ਉਹ ਵਿਸਾਰ ਦਿੱਤਾ। Now this shabad even though it talks about jog jag but we have to look at ourselves when we do something। ਆਪਾਂ ਗੁਰਦੁਆਰੇ ਆਮ ਕਰਕੇ ਪ੍ਰੋਗਰਾਮ ਕਰਨਾ ਹੈ, for example ਪਰਿਵਾਰ ਇਕੱਠਾ ਹੋਇਆ ਹੈ। ਹਾਂਜੀ, ਇਸ ਗੱਲ ਨੂੰ ਆਪਾਂ ਆਪਣੇ ਵੱਲ ਵੀ ਧਿਆਨ ਦੇਖਣਾ ਹੈ। ਜੇ ਇੱਥੇ ਗੁਰੂ ਸਾਹਿਬ ਜੀ ਨੇ ਜੋਗ ਤੇ ਜਗਤੀ ਕੀਤੀ ਹੈ
ਵੀ ਹੁਣ ਸਾਡੇ ਵਿੱਚ ਸ਼ਬਦ ਕਿੱਦਾਂ, ਹੁਣ ਆਪਾਂ ਫੈਮਿਲੀ ਫੰਕਸ਼ਨ ਕਰਨਾ, ਆਪਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਐਗਜ਼ਾਮਪਲ, ਉਹ ਕਿਰਿਆ ਤਾਂ ਆਪਾਂ ਕਰ ਰਹੇ ਆ, ਬਟ ਜੋ ਪ੍ਰਭ ਜਸ ਵਿਸਰਾਵੇ, ਉਸ ਪ੍ਰਮਾਤਮਾ ਦਾ ਜਸ ਜਿਹੜਾ ਵਿਸਾਰ ਦਿੱਤਾ। ਸਾਰਾ ਸੁਖਮਨੀ ਸਾਹਿਬ ਦਾ ਪਾਠ ਹੋ ਗਿਆ, ਹਾਂਜੀ ਆਪਾਂ ਬਾਹਰ ਹੀ ਬਹਿ ਕੇ ਗੱਲਾਂ ਛੱਪਾ ਕਰ ਦਿੱਤੀਆਂ। ਇਹ ਵਿਚਾਰਨ ਵਾਲੀ ਗੱਲ ਹੈ। I was somewhere, I cannot remember, ਅਖੰਡ ਪਾਠ ਅਗਲੇ ਹਫਤੇ ਹੈ, ਉਹਨਾਂ ਦੇ ਪਰਿਵਾਰ ਦਾ ਅਖੰਡ ਪਾਠ ਅਗਲੇ ਹਫਤੇ ਹੈ। The 1 week before that, all the cousins are sitting and planning, okay, Friday ਆਪਾਂ ਇੱਥੇ ਜਾਣਾ, ਆਪਾਂ ਆ ਖਾਣਾ, Saturday ਆਪਾਂ ਆ ਕਰਨਾ, ਆਪਾਂ ਆ ਕਰਨਾ, ਆਪਾਂ ਆ ਕਰਨਾ, Saturday night ਆਪਾਂ ਆ ਕਰਨਾ, and the purpose of going is for ਅਖੰਡ ਪਾਠ। But in that process, ਜੋ ਪ੍ਰਭ ਜਸ ਵਿਸਰਾਵੇ, the purpose should be ਉੱਥੇ ਜਾ ਕੇ ਆਪਾਂ ਉਸ ਪ੍ਰਭੂ ਦਾ ਜਸ ਸੁਣੀਏ। But in that process ਉਹ ਪ੍ਰਭੂ ਦਾ ਨਾਂ ਯਾਦ ਵੀ ਨਹੀਂ ਆਇਆ। ਸਾਰਾ ਅਖੰਡ ਪਾਠ ਖਤਮ ਵੀ ਹੋ ਗਿਆ, ਸ਼ਲੋਕ ਵੀ ਆ ਗਏ ਨੇ। ਹੁਣ ਉਸ ਵੇਲੇ ਵੀ ਮਹਾਰਾਜ ਜੀ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਆਪਾਂ ਕੀ ਕਰਦੇ, ਆਪਾਂ ਉੱਠ ਕੇ ਮੱਥਾ ਟੇਕ ਦਿੰਦੇ ਹਾਂ, ਫਿਰ ਸਾਡੀ ਲਾਈਨ ਲੱਗੀ ਹੁੰਦੀ ਹੈ। So these are shabads that Guru Sahib Ji says, what are we doing in that process? I'm not saying that we should not do Sukhmani Sahib, I'm not saying that we should not do Akhand Path, but what has happened in the years that has come, or the trend that has happened now, is that ਆਪਾਂ outward ਤਾਂ ਕਿਰਿਆ ਤਾਂ ਕਰਦੇ ਹਾਂ, but ਜਿਹੜਾ ਐਸਨ ਹੈ, ਉਸ ਗੁਰੂ ਦਾ ਜਿਹੜਾ ਸ਼ਬਦ ਹੈ, ਉਸ ਦੀ ਜਿਹੜੇ ਗੁਣ ਨੇ, do we really sing? ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੌਣ ਉੱਥੇ ਬੈਠ ਕੇ ਬਾਤ ਨੂੰ ਪਾਠ ਸੁਣਦਾ? ਕਹਿੰਦੇ ਤਾਂ ਆਪਾਂ ਜਾਗਦੀ ਜੋਤ ਆ, ਚਲੋ ਜਦੋਂ ਸੁਖਾਸਨ ਹੁੰਦਾ ਆਪਾਂ ਨਹੀਂ ਬਹਿੰਦੇ, ਜਿਹਦੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਅਖੰਡ ਪਾਠ ਹੁੰਦਾ ਹੈ, ਤੁਸੀਂ ਝਾਤੀ ਮਾਰ ਕੇ ਵੇਖਿਓ ਕਿਹੜੇ ਗੁਰਦੁਆਰੇ ਦੇ ਵਿੱਚ ਰਾਤ ਦੇ 2-3 ਵਜੇ ਕੋਈ ਉੱਥੇ ਬੈਠ ਕੇ ਪਾਠ ਸੁਣਦਾ ਹੋਵੇਗਾ। ਉਸ ਪ੍ਰਭੂ ਦੇ ਗੁਣ ਪਏ ਗਾਏ ਜਾ ਰਹੇ ਨੇ, ਬਟ ਹਾਊ ਮੈਨੀ ਆਫ ਅਸ ਸਿਟ ਐਂਡ ਲਿਸਨ? ਸੋ this shabad, we have to really examine it to ourselves first, कि गुरु साहब जी कह रहे ने, जोग जग नहफल तह मानो are fruitless, this action, if जो प्रभ जस बिसरावे, in the process of doing this action, the God names is forgotten. Even in gurdwaras, ਜਿੰਨਾ ਧਿਆਨ ਪਾਠ ਵਿੱਚ ਨਹੀਂ ਹੁੰਦਾ ਵੀ ਕਿਹੜੇ ਰਾਗ ਦੇ ਵਿੱਚ ਪਾਠ ਹੈ, ਉਨਾ ਸਾਡਾ ਧਿਆਨ ਲੰਗਰਾਂ ਵਿੱਚ ਹੁੰਦਾ ਹੈ। ਵੀ ਹੁਣ ਜਲੇਬੀ ਬਣੇਗੀ, ਗੁਲਾਬ ਜਾਮਨੂ ਬਣੇਗਾ, ਸਾਗ ਬਣਨਾ ਹੈ, ਦੂਜੇ ਦਿਨ ਆਹ ਬਣਨਾ, ਸਾਡਾ ਧਿਆਨ ਉੱਧਰ ਹੁੰਦਾ। ਸੋ ਵੀ ਰੀਅਲੀ ਨੀਡ ਟੂ ਅਲਾਈਨ ਆਵਰਸੈਲਫ, ਵੀ ਰੀਅਲੀ ਨੀਡ ਟੂ ਫਾਈਨ ਟਿਊਨ ਇਟ। ਜਦੋਂ ਅਸੀਂ ਕੋਈ ਕਰਮ ਕਰਦੇ ਹਾਂ, ਕਿਰਿਆ ਕਰਦੇ ਹਾਂ, ਕਿ ਉਸ ਦੇ ਵਿੱਚ ਸਾਡੀ ਜਿਹੜਾ ਧਿਆਨ ਹੈ ਕਿ ਉਸ ਪਰਮਾਤਮਾ ਦੇ ਨਾਂ ਦੇ ਉੱਤੇ ਜੁੜਿਆ ਹੋਇਆ ਹੈ ਕਿ ਨਹੀਂ। ਉਹ ਪਰਮਾਤਮਾ ਦੇ ਜਿਹੜੇ ਗੁਣ ਨੇ, one forgets the praises of Lord, ਜੋ ਪ੍ਰਭ ਜਸ ਵਿਸਰਾਵੇ। ਹੁਣ ਜੇ ਡੋਨੇਸ਼ਨ ਵੀ ਦਿੱਤਾ, ਫॉर एग्जांपल, ਆ ਵੀ ਇੱਕ ਵੱਡੀ ਵਿਚਾਰਨ ਵਾਲੀ ਗੱਲ ਹੈ। we give donation and instead of singing the praises ਕਿ ਪਰਮਾਤਮਾ ਦੀ ਕਿਰਪਾ ਹੈ ਕਿ ਉਹਨੇ ਮੈਨੂੰ ਦਿੱਤਾ ਹੋਇਆ, ਉਸ ਦੇ ਦਿੱਤੇ ਹੋਏ ਦਾਤ ਤੋਂ ਮੈਂ ਇਹ ਕਰ ਸਕਦਾ, ਬੰਦਾ ਆਪਣੇ ਗੁਣ ਗਾਉਂਦਾ ਹੈ ਵੀ ਇਹਨੇ ਦਿੱਤਾ ਹੈ, ਪਲੇਟਾਂ ਦੇ ਉੱਤੇ ਲਗਾਇਆ ਹੋਇਆ, ਆਪਾਂ ਆਪਣੇ ਗੁਣ ਗਾਉਂਦੇ। So even in that particular action, ਉੱਥੇ ਵੀ ਪਰਮਾਤਮਾ ਦੇ ਗੁਣ ਗਾਉਣ ਦੇ ਬਜਾਏ ਬੰਦੇ ਆਪਣੇ ਗੁਣ ਗਾ ਦਿੰਦਾ ਹੈ। It's a bit challenging, but we have to look at ourselves, ਆਪਾਂ ਇੱਥੇ ਕੀ ਕਰ ਰਹੇ ਹਾਂ। ਮਨ ਨੂੰ ਪੁੱਛਣਾ ਹੈ, ਜੋਗ ਜਗ ਨਹਿਫਲ ਤਹ ਮਾਨੋ। ਗੁਰੂ ਸਾਹਿਬ ਜੀ ਕਹਿ ਰਹੇ ਨੇ, all these are fruitless. The yoga and the sacrificial feats that you do is fruitless. In the process, how it becomes fruitless? If one forgets to sing the praises. So if we take this Shabad, ਜਦੋਂ ਆਪਾਂ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਆਪਾਂ ਕਰਮ ਕਰਦੇ ਹਾਂ, ਜਿਹੜੇ ਕਰਮਾਂ ਦੇ ਨਾਲ ਆਪਾਂ ਗੁਰੂ ਨਾਲ ਜੁੜਨਾ ਸੀ, ਪਾਠ ਜਿਹੜਾ ਸੀ, ਜਿਹੜਾ ਨਿਤਨੇਮ ਸੀ, ਜਿਹੜਾ ਸੁਖਮਨੀ ਸਾਹਿਬ ਸੀ, ਜਿਹੜਾ ਅਖੰਡ ਪਾਠ ਸੀ, ਜਾਂ ਜੋ ਵੀ ਸੀ, ਉਹ ਇਸ ਵਾਸਤੇ ਸੀ ਕਿ ਤੂੰ ਪ੍ਰਭੂ ਦੇ ਗੁਣ ਗਾ ਸਕੇ, ਪ੍ਰਭੂ ਦੇ ਗੁਣ ਉਹਦੇ ਸੁਣ ਸਕੇ। But in that process, over time, we have taken it very lightly, ਤੇ ਆਪਾਂ ਐਸੈਂਸ ਤੋਂ ਟੁੱਟ ਗਏ ਹਾਂ, ਤੱਤ ਤੋਂ ਟੁੱਟ ਗਏ ਹਾਂ, ਉਸ ਵਿਚਾਰ ਤੋਂ ਆਪਾਂ ਬੜੇ ਦੂਰ ਚਲੇ ਗਏ ਹਾਂ ਕਿ ਗੁਰਦੁਆਰਾ ਜਿਹੜਾ ਹੈ, ਮੈਂ ਗੁਰੂ ਦੇ ਗੁਣ, ਗੁਰੂ ਦੀ ਬਾਣੀ, ਮੈਂ ਗੁਰੂ ਦੀ ਸਿੱਖਿਆ ਵਾਸਤੇ ਆਇਆ ਹਾਂ, ਲੈਣ ਵਾਸਤੇ। So when we do any action, we must make sure in that particular religious
ਐਕਸ਼ਨ ਐਸਪੈਸ਼ਲੀ ਜਿਹੜੇ ਵੀ ਸਾਡੇ ਧਾਰਮਿਕ ਜਿਹੜੇ ਨੇ ਸਾਡੇ ਕਾਰਜ ਨੇ ਉਹਦੇ ਵਿੱਚੋਂ ਉਸ ਪ੍ਰਭੂ ਦਾ ਨਾਂ ਨਾ ਵਿਛੜੇ। ਹਰ ਇੱਕ ਕਰਮ ਦੇ ਵਿੱਚੋਂ ਉਹਦਾ ਨਾਮ ਆਵੇ। ਈਵਨ ਵੀ ਰੀਡ ਦਿਸ ਇਨ ਰਹਿਰਾਸ ਐਵਰੀ ਡੇ, ਸਾਤ ਸੰਗ ਕਹਿੰਦੇ ਨੇ ਸਤ ਸੰਗ ਕਰਨੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਸੰਗਤ ਕਰ। And Guru Sahib Ji puts a very condition, very clear condition. Mil saad sangat bhaj, and then the word keval naam. ਉੱਥੇ ਕੇਵਲ ਨਾਮ ਚਾਹੀਦਾ ਹੈ, ਤੇ ਜਿਸ ਵੇਲੇ ਉਹ ਨਾਮ ਵਿਸਰ ਗਿਆ ਫਿਰ ਉਹ ਸਤ ਸੰਗਤ ਨਹੀਂ ਰਹੀ। ਸਤ ਸੰਗਤ ਐਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਨੀ ਹੈ। ਵੈਰੀ ਸਪੈਸੀਫਿਕ, ਵੈਰੀ ਕਲੀਅਰ ਗੁਰੂ ਸਾਹਿਬ ਜੀ ਸੇਜ਼, ਉਸ ਸਤ ਸੰਗਤ ਦੇ ਵਿੱਚ ਆਣ ਕੇ ਕੇਵਲ ਪਰਮਾਤਮਾ, ਕੇਵਲ ਨਾਮ ਨਾਲ ਜੁੜੀ, ਉਸ ਨਾਮ ਨਾਲ ਜੁੜੀ, ਕਿਤੇ ਹੋਰ ਕੰਮ ਨਾਲ ਨਾ ਜੁੜੀ। So when we do our karm, when we do our kriya, we have to ensure that ਉਹਦਾ ਨਾਮ ਜਿਹੜਾ ਹੈ ਉਹ ਵਿਸਾਰ ਨਹੀਂ ਦੇਣਾ। ਅਖੰਡ ਪਾਠ ਵੀ ਕਰਨਾ ਹੈ, but make that ਅਖੰਡ ਪਾਠ that you remember ਪਰਮਾਤਮਾ ਦੇ ਗੁਣ। ਨਹੀਂ ਤਾਂ ਸ਼ਾਮ ਦੇ ਵੇਲੇ ਆਪਾਂ ਬਹਿ ਕੇ ਗੱਪਾਂ ਛੱਪ, the ਭੋਗ comes, we go back home. We have to question ourselves. How many hours did we sit and listen? What did we know? ਅਸੀਂ ਪ੍ਰੋਗਰਾਮ ਕੀਤਾ, ਰਹਿਰਾਸ ਪਾਠ ਦਾ ਕੀਤਾ, ਗਿਆਨੀ ਸਾਹਿਬ ਨੇ ਕੀਰਤਨ ਗਾਇਆ। What did I learn? What ਸ਼ਬਦ? What did I attach myself to the ਨਾਮ ਕਿ ਮੈਂ ਉਹਦੇ ਗੁਣ ਯਾਦ ਕੀਤੇ, ਮੈਨੂੰ ਇੱਥੋਂ ਮਿਲਿਆ? So we have to align ourselves. We have to restructure. We have to reprogram of how we go to Gurdwara and why do I go to Gurdwara. ਇਹ ਬੜੀ ਜ਼ਰੂਰੀ ਹੈ ਕਿ ਇਹ ਮਨ ਸੈੱਟ ਕਰ ਲਵੇ, ਮੈਂ ਗੁਰਦੁਆਰੇ ਮੇਰੇ ਗੁਰੂ ਵਾਸਤੇ ਜਾ ਰਿਹਾ ਹੈ, ਮੈਂ ਗੁਰੂ ਦੀ ਬਾਣੀ ਸੁਣਨ ਵਾਸਤੇ ਜਾ ਰਿਹਾ ਹੈ, ਮੈਂ ਗੁਰੂ ਦੇ ਗੁਣ ਗਾਉਣ, ਉਸ ਪਰਮਾਤਮਾ ਦੇ ਗੁਣ ਗਾਉਣੇ ਹੈ। I'm going to the ਸਾਧ ਸੰਗਤ and I'm going to only focus on ਕੇਵਲ ਨਾਮ। ਹਾਂਜੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੈਂ ਉਸ ਪ੍ਰਭੂ ਦੇ ਨਾਮ ਨਾਲ ਜੁੜਨ ਵਾਸਤੇ ਚੱਲਿਆ। So we must do all these ਕਿਰਿਆਸ, all these rituals and whatever that we do, ਸਾਡੇ ਜਿਹੜੇ ਕਰਮ ਨੇ, ਬਟ ਉਹਨਾਂ ਕਰਮਾਂ ਦੇ ਵਿੱਚੋਂ ਉਹ ਰੱਬ ਨਾ ਵਿਸਰ ਜਾਵੇ, ਰੱਬ ਦਾ ਨਾਮ ਨਾ ਵਿਸਰ ਜਾਵੇ। ਇਨ ਫੈਕਟ all these ਸੁਖਮਨੀ ਸਾਹਿਬ ਦਾ ਪਾਠ, ਅਖੰਡ ਪਾਠ, ਗੁਰਦੁਆਰਿਆਂ ਦੀਆਂ ਸੇਵਾ ਜਾਂ ਜੋ ਵੀ ਹੈ, ਤੈਨੂੰ ਪਰਮਾਤਮਾ ਦਾ ਨਾਮ ਨਾਲ ਜੋੜਨਾ ਚਾਹੀਦਾ। ਸੋ ਹਾਊ ਡੂ ਵੀ ਰੈਕਟੀਫਾਈ ਇਟ? ਇਹਨੂੰ ਆਪਾਂ ਸੁਧਾਰਨਾ ਕਿੱਦਾਂ ਹੈ? ਜੇ ਉੱਥੇ ਰੱਬ ਦਾ ਨਾਮ ਨਹੀਂ ਆ ਰਿਹਾ, ਤੁਸੀਂ ਉਸ ਰੱਬ ਦਾ ਨਾਮ ਲੈ ਕੇ ਆਉਣਾ ਹੈ। ਹਾਂਜੀ, ਸੋ ਯੂ ਬ੍ਰਿੰਗ ਬੈਕ ਵਾਟ ਇਜ਼ ਨੋਟ ਦੇਅਰ। ਹਾਂਜੀ, ਜੋਗ ਜਗ ਨੈਫਲ ਤਹਿ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਕਹਿ ਰਹੇ ਨੇ ਜਿਹੜਾ ਪਰਮਾਤਮਾ ਦਾ ਜਸ ਸੀ, ਜੇ ਉਸ ਨੂੰ ਵਿਸਾਰ ਦਿੱਤਾ, ਕਹਿ ਰਹੇ ਨੇ ਉਹ ਜੋਗ ਤੇ ਜਗ ਨੈਫਲ ਹੈ। the worldly the religious affairs that you have done, whatever you do is fruitless if you forget the praises of the God. So what we do, not to make it fruitless, whatever religious affairs that we do, make sure that we do not forget the praises of the God. So ਜਦੋਂ ਆਪਾਂ ਰੋਟੀਆਂ ਪਕਾਉਂਦੇ ਆ, ਚੌਪਈ ਸਾਹਿਬ ਦਾ ਪਾਠ ਕਰ ਲਓ, ਵਾਹਿਗੁਰੂ ਦਾ ਸਿਮਰਨ ਕਰ ਲਓ। when we do ਸੇਵਾ, ਆਪਾਂ ਫਿਰ ਉਸ ਗੁਣ ਨਾਲ ਗਾਉਂਦੇ ਆ, ਉਸ ਬਾਣੀ, you can recite any ਬਾਣੀ, you can do ਸਿਮਰਨ, you can do ਵਾਹਿਗੁਰੂ। ਸੋ ਉੱਥੇ ਪ੍ਰਭੂ ਦੇ ਗੁਣ ਜਿਹੜੇ ਨੇ ਗਾਏ ਜਾ ਰਹੇ ਨੇ। ਹਾਂਜੀ, so we must be very cautious and be aware of this. And then Guru Sahib Ji, the next pankti says, man moho, मान मोह, मोह दोनों को परहर। Parhar means to be putting it aside. A person who put both pride and attachment. मान ਤੇ ਮੋਹ ਨੂੰ, मान means pride, मोह means attachment, ਦੋਨੋਂ, ਇਹਨਾਂ ਦੋਨਾਂ ਚੀਜ਼ਾਂ ਨੂੰ ਪਾਸੇ ਕਰਕੇ ਪਰਹਰ ਉਹਦਾ ਨਹੀਂ ਰਿਹਾ, ਗੋਬਿੰਦ ਕੇ ਗੁਣ ਗਾਵੇ। ਉਹ ਗੋਬਿੰਦ ਦੇ ਗੁਣ ਪਏ ਗਾਉਂਦੇ ਨੇ। ਸੋ ਉਹ ਪਰਮਾਤਮਾ ਦਾ ਗੁਣ ਗਾਉਂਦੇ ਨੇ, ਉਹਨਾਂ ਨੂੰ ਨਾ ਮੋਹ ਹੈ, ਉਹਨਾਂ ਨੂੰ ਨਾ ਮਾਨ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ ਜਿਹੜਾ ਬੰਦਾ ਉਸ ਪਰਮਾਤਮਾ ਦੇ ਗੁਣ ਬਿਨਾਂ ਮੋਹ ਤੇ ਬਿਨਾਂ ਮਾਨ ਨਾਲ ਗਾਉਂਦਾ ਹੈ, ਉਹਦੀ ਅਵਸਥਾ ਕੀ ਹੈ? ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਕਹਿ ਰਹੇ ਨੇ ਜਿਹੜੇ ਬੰਦੇ ਨੇ ਇਸ ਬਿਦ ਮੀਨਸ ਵੇ, ਹਾਂਜੀ, ਜਿਸ ਬੰਦੇ ਨੇ ਇਸ ਗੱਲ ਨੂੰ ਪਹਿਚਾਨ ਲਿਆ ਪਈ ਕਿ ਮੈਂ ਮੋਹ ਤੇ ਮਾਨ ਨੂੰ ਪਾਸੇ ਕਰਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਨੇ, ਜੀਵਨ ਮੁਕਤ ਕਹਾਵੇ। ਕਹਿ ਰਹੇ ਨੇ ਉਹ ਜੀਵਨ ਮੁਕਤ ਹੈ। ਸੋ ਗੁਰੂ ਸਾਹਿਬ ਜੀ
at the end talks about Jivan Mukt, that the person is Jivan Mukt if he puts his moh and man at a side and sing the praises. So Guru Sahib ji in the second Shabad talks about this. ਹੁਣ ਆਓ ਆਪਾਂ ਆਖਰੀ ਸ਼ਬਦ ਰਾਗ ਬਿਲਾਵਲ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ, ਬਿਲਾਵਲ ਮਹੱਲਾ 9ਵਾਂ। ਗੁਰੂ ਸਾਹਿਬ ਜੀ ਕਹਿ ਰਹੇ ਨੇ ਇਸ ਸ਼ਬਦ ਦੇ ਵਿੱਚ, ਜਾਂ ਮੈਂ ਭਜਨ ਰਾਮ ਕੋ ਨਾਹੀ, ਤਹ ਨਰ ਜਨਮ ਅਕਾਰਤ ਖੋਇਓ, ਇਹ ਰਾਖੋ ਮਨ ਮਾਹੀ ਰਹਾਓ। ਇੱਥੇ ਗੁਰੂ ਸਾਹਿਬ ਜੀ ਚੇਤਾਵਨੀ ਦਿੰਦੇ ਨੇ, ਜਿਹੜੇ ਬੰਦੇ ਨੇ ਪਰਮਾਤਮਾ ਦਾ ਨਾਮ ਨਹੀਂ ਗਾਇਆ, ਉਹਦਾ ਜਨਮ ਜਿਹੜਾ ਹੈ ਬੇਅਰਥ ਹੈ, ਨੈਫਲ ਹੈ। ਤੇ ਆਖਰੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ ਉਸ ਪਰਮਾਤਮਾ ਦੇ ਗੁਣ ਗਾ ਲੈ। So Guru Sahib ji starts with saying that if the person do not sing, he is wasting his life. ਹਾਂਜੀ, so ਜੈ ਮੈਂ ਭਜਨ ਰਾਮ ਕੋ ਨਹੀਂ, ਜਿਹੜੇ ਬੰਦੇ ਨੇ ਹਾਂਜੀ ਉਸ ਪ੍ਰਭੂ ਦੇ ਭਜਨ ਨੂੰ ਯਾਦ ਨਹੀਂ ਕੀਤਾ, ਜੇ ਮੈਂ ਭਜਨ ਰਾਮ ਕੋ ਨਹੀਂ, ਉਸ ਪਰਮਾਤਮਾ ਦਾ ਭਜਨ ਬੰਦਗੀ, ਉਸ ਰੱਬ ਦੀ ਰਮੇ ਹੋਏ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਕਹਿੰਦੇ ਤੈ ਨਰ, ਨਰ means human, that human, teh nar, janam means life, akarth means useless, khoya, he have wasted, he have basically lost his life। ਉਹ ਬੰਦੇ ਨੇ ਆਪਣਾ ਜਨਮ ਅਕਰਥ ਕਰ ਦਿੱਤਾ, ਵਿਅਰਥ ਕਰ ਦਿੱਤਾ। he have passed on his life uselessly। why? because we read this every day in Vedas, ਭਈ ਪ੍ਰਾਪਤ ਮਨੁੱਖ ਦੇ ਹੁਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ। The objective of the human life is to meet God, and Guru Sahib ji says, how do you meet God? ਅਵਰ ਕਾਜ ਤੇਰੇ ਕੀਤੇ ਨਾ ਕਾਮ, you cannot meet him with any way। so what is the way? ਮਿਲ ਸਾਧ ਸੰਗਤ ਭਜ ਕੇਵਲ ਨਾਮ, you have to ਭਜ the ਨਾਮ, ਨਾਮ ਦੇ ਰਾਹੀਂ ਤੂੰ ਉਸਦੀ ਬੰਦਗੀ ਕਰਾਂਗਾ, ਬੰਦਗੀ ਨਾਮ ਦੇ ਰਾਹੀਂ ਤੂੰ ਉਸਦੇ ਮੇਲ ਮਿਲਾਉਂਗਾ। so with ਨਾਮ it will merge you। so Guru Sahib ji says the objective is to merge, and the way to merge is the naam। and ਜੇ ਉਸ ਨਾਮ ਨਾਲ ਤੂੰ ਜੁੜਿਆ ਨਹੀਂ, you have basically wasted your opportunity, just like a student who goes to school to study and sit for the paper for SPM and fails। so he have actually, the person who goes to school and does not fulfill the duties that he need to do। ਜਿਹਦਾ ਐਗਜ਼ਾਮਪਲ ਹੈ, ਤੁਹਾਨੂੰ ਤੁਹਾਡੇ ਘਰ ਦੇ ਮੈਂਬਰਾਂ ਨੇ ਆਖਿਆ ਵੀ ਅੱਜ ਸਾਗ ਬਣਾਉਣਾ, ਚਲੋ, ਤੇ ਤੁਹਾਨੂੰ ਲਿਸਟ ਬਣਾ ਕੇ ਦਿੱਤੀ, ਆਹ ਸਾਗ ਲੈਣਾ, ਆਹ ਸਾਗ ਲੈਣਾ, ਆਹ ਤਿਲ, ਆਹ ਸਰੋਂ ਦਾ ਸਾਗ, ਆ ਸਾਰਾ ਲੈ ਕੇ ਤੁਹਾਨੂੰ 10 ਲਿਸਟ, ਇੱਕ ਲਿਸਟ ਦੇ ਵਿੱਚ 10 ਚੀਜ਼ਾਂ ਲੈ ਕੇ ਦਿੱਤੀਆਂ, ਗੰਡੇ, ਮਿਰਚ ਹਰੀਆਂ, ਆਹ ਸਾਗ ਲੈਣਾ। ਤੁਸੀਂ ਮਾਰਕੀਟ ਨੂੰ ਜਾਏ ਹੋ, ਤੁਸੀਂ ਜਾ ਕੇ ਉੱਥੋਂ ਸਮਾਨ ਲਿਆ, ਤੁਸੀਂ ਇੱਕ ਛੱਡ ਦਿੱਤਾ, ਦੂਜਾ ਛੱਡ ਦਿੱਤਾ, ਫਿਰ ਤੁਸੀਂ ਲਸਣ ਲੈ ਲਿਆ, ਗੰਡਾ ਲੈ ਲਿਆ, ਅਦਰਕ ਲੈ ਲਿਆ, ਮਿਰਚਾਂ ਛੱਡ ਦਿੱਤੀਆਂ, ਸਾਗ 2-5 ਤਰ੍ਹਾਂ ਦੇ ਮੰਗਾਏ ਸੀ, ਤੁਸੀਂ 2 ਹੀ ਲੈ ਕੇ ਆਏ। ਤੇ ਤੁਸੀਂ ਘਰ ਨੂੰ ਆ ਗਏ, ਤੇ ਤੁਸੀਂ ਜਦੋਂ ਸਮਾਨ ਦਿੱਤਾ ਤੇ ਜਿਹਨੇ ਲਿਖਾਇਆ ਤੇ ਕਹਿੰਦਾ ਮੈਂ ਤੈਨੂੰ ਆਹ ਕਿਹਾ ਸੀ ਲੈ ਕੇ ਆਉਣ ਨੂੰ, ਤੂੰ 10 ਲਿਸਟਾਂ ਦੇ ਵਿੱਚੋਂ 7 ਲੈ ਕੇ ਆਇਆ, ਆ ਬਾਕੀ ਦੇ ਕਿਹੜੇ ਕਿੱਥੇ ਆ? ਕਹਿੰਦਾ ਜਿਹੜਾ ਕੁਝ ਹੈਗਾ ਸਾਂਭ ਲੈ। ਕਹਿੰਦੇ ਨਹੀਂ, ਸਾਗ ਬਣਾਉਣਾ ਹੈ, ਇਹਦੇ ਵਿੱਚ ਆਹ ਸਾਗ ਪੈਂਦਾ, ਆਹ ਸਾਗ ਪੈਂਦਾ, ਆਹ ਸਾਗ ਪੈਂਦਾ। ਤੇਰਾ ਮਾਰਕੀਟ ਗਿਆ ਤੇ ਨਹੀਂ ਗਿਆ ਦਾ ਇੱਕੋ ਹੀ ਹਿਸਾਬ ਹੋਇਆ, ਹੁਣ ਮੈਨੂੰ ਫਿਰ ਜਾਣਾ ਪੈਣਾ। ਹਾਂਜੀ, ਸੋ ਜਿਹੜੇ ਕੰਮ ਵਾਸਤੇ ਭੇਜਿਆ ਸੀ ਤੇ ਉਹ ਕੰਮ ਕੀਤਾ ਨਹੀਂ। I send you to buy this for me to make ਸਾਗ, ਹੁਣ ਆਹ ਸਾਗ ਨਹੀਂ ਆਇਆ, ਆਹ ਸਾਗ ਨਹੀਂ ਆਇਆ, ਆਹ ਸਾਗ ਨਹੀਂ ਆਇਆ, ਫਿਰ ਖਾਣ ਵੇਲੇ ਤੂੰ ਨੁਕਸਾਂ ਕੱਢਣੇ ਨੇ, ਪਈ ਸਾਗ ਨਹੀਂ ਸਵਾਦ ਬਣਿਆ, ਹੁਣ ਮੈਨੂੰ ਫਿਰ ਜਾਣਾ ਪੈਣਾ ਮਾਰਕੀਟ ਨੂੰ। So the purpose of him going was not fulfilled। he went, he did his work, but when he came back it was fruitless। at the end of the day have to go again। so Guru Sahib ji says, ਜਿਹੜੇ ਬੰਦੇ ਨੇ ਉਸ ਪਰਮਾਤਮਾ ਦਾ ਗੁਣ ਨਹੀਂ ਗਾਇਆ, ਉਹਨੇ ਆਪਣਾ ਜਨਮ ਵਿਅਰਥ ਕਰ ਦਿੱਤਾ, ਵੇਸਟ ਕਰ ਦਿੱਤਾ। ਇਹ ਰਾਖੋ ਮਨ ਮਾਹੇ, ਕਹਿੰਦੇ ਇਸ ਗੱਲ ਨੂੰ ਮਨ ਵਿੱਚ ਰੱਖ ਲੈ, ਇਸ ਗੱਲ ਨੂੰ ਤੂੰ ਜਾਣ ਲੈ। ਜਿਹੜੇ ਬੰਦੇ ਨੇ ਪਰਮਾਤਮਾ ਦਾ ਗੁਣ ਨਹੀਂ ਗਾਇਆ, ਕਹਿ ਰਹੇ ਨੇ ਉਹਨੇ ਆਪਣਾ ਜਨਮ ਵਿਅਰਥ ਲੰਘਾ ਦਿੱਤਾ। ਰਹਾਓ ਕਹਿ ਰਹੇ ਨੇ, ਤੀਰਥ ਕਰੇ ਵਰਤ ਫੁਨ ਰੱਖੈ, ਨਹਿ ਮਾਨੋ ਬਸ ਜਾਂ। ਕਹਿ ਰਹੇ ਨੇ ਉਹ ਮਨ ਦੀ ਹੁਣ ਵਿਚਾਰ ਕਰ ਰਹੇ ਨੇ, ਕਹਿੰਦੇ ਤੀਰਥਾਂ ਤੇ ਜਾ ਕੇ ਆਪਣੇ ਆਪ ਨੂੰ ਨਵਾਉਂਦਾ ਹੈ। ਹਾਂਜੀ, ਤੀਰਥ ਕਰੇ, ਉੱਥੇ ਜਾ ਕੇ ਤੀਰਥਾਂ ਤੇ ਜਾ ਕੇ ਆਪਣੇ ਆਪ ਨੂੰ ਨਵਾਉਂਦਾ ਹੈ। ਵਰਤ ਫੁਨ ਰੱਖੈ, ਕਹਿੰਦੇ ਵਰਤ ਮੀਨਸ ਫਾਸਟ, ਇਹ ਸਾਰਾ ਕੁਝ ਕਰ ਰਿਹਾ ਹੈ। ਹਾਂਜੀ, ਸੋ ਵੀ ਡੂ our outward
एक्शनस, बट गुरु साहब जी से नह कह रहे ने मन नूं जिहड़ा बस नहीं कीता, बस जाको इनू मन नूं जिहड़ा कंट्रोल नहीं कीता, बिकॉज गुरबानी से मन जीता जग जीत, कहते मन नूं इहने कंट्रोल नहीं कीता ते आखिरकार गुरु साहब जी कहते नहफल नहफल धर्म तह तुम मानो, नहफल मीन्स फ्रूटलेस. गुरु साहब जी से all that religious actions that you do is useless because the mind is not controlled. हाँ जी, नहफल धर्म तह तुम मानो साच कहत, मैं सच्ची गल कहंदा, मैं ये कह रहे ने मैं सच्ची गल कहंदा सुन लै, बाहरले कर्म तू कर सकदा पर बाहरले कर्म करदियां तू मन नूं नहीं कंट्रोल कीता. दैट्स व्हाई गुरबानी कीप ऑन सेइंग रे मना रे मना रे मना रे मना, काहे रे मन, because at the end the mind has to be controlled. The mind is the shape. So as we do our worldly affairs, we also have to control our mind. We should emphasize on controlling our mind. And how do we do it? When we read this शब्द, जदों आपां शब्द पढ़दे हां, मन नूं पुछना है, मन तू सुत्ता होया, कहाँ पे गाफिल सोया, तू आ कर रहे हैं, मन 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 तेरी अवस्था है. And eventually slowly the man will be transformed. तिथे कड़िए सुरत मन मत मन बुद्ध, कह रहे ने नहफल धर्म तह तुम मानो साच कहत, मैं सच्ची गल कह रहे हैं, मैं ये को कह रहे ने एक गल जान लै, कह रहे ने किदां. गुरु साहब जी अगे होर फर्दर एक्सप्लेन करते ने, जैसे पाहन जल में राखियो, पाहन मीन्स पत्थर, कहते पत्थर पानी दे विच रखिया ना की हुंदा है, कहते पत्थर जिहड़ा पानी दे विच रखिया है ਉਹ अंदरों जिहड़ा है गिला नहीं हुंदा, पानी जिहड़ा है ਉਹਦੇ अंदर नहीं जाता, the water does not penetrate or the water does not pass through and the inner rock is still dry. पानी दे विच तां है, नदी दे विच कह लो पत्थर तुसीं कड्डो ना, you wipe it up and then you break the rock, जिहड़ा अंदर पत्थर है ना ਉਹ गिला नहीं हुंदा, ਉਹ सदा सुक्का रहंदा है. गुरु साहब जी एग्जाम्पल इदा दे के कहते हैं, जिदा पानी के विच पत्थर है पर ਉਹਦਾ पत्थर बाहरों गिला अंदरों सुक्का है. गुरु साहब जी कहते तैसे ही तुम ताहे पछानो, कहते इदा ही तू अपने आप को पहचान लै, भगतहीन जो प्राणी, जिहड़ा बंदा भगत तो हीन ना, बाहरों तो गिला होएगा पर अंदरों ਉਹਦਾ मन जिहड़ा है कह रहे ने सुक्का पिया है. कह रहे ने गुरु नानक देव गुरु तेग बहादुर जी कह रहे ने कल मैं मुक्त नाम तै पावत, कह रहे ने इस समय दे विच जान लै कि नाम जिहड़ा है तैनूं मुक्त कराएगा. सो इन दिस शब्द गुरु साहब जी एम्फसाइजेस अगेन द ग्लोरी ऑफ नाम, कह रहे ने कल मैं मुक्त, इस समय दे विच मुक्ति तैनूं देण वाला कौन है, नाम तै पावत, कहते नाम जिहड़ा है तैनूं पवित्र तैनूं मुक्त कराएगा. गुरु यह बात बतावे, गुरु ये कहंदा है कि मुक्ति नाम तो मिलती है. The only liberation comes from नाम. And Guru Sahib Ji emphasizes दिन गुरु ये बात बतावे, हुण गुरु कहंदा है कि नाम तो बगैर मुक्त नहीं हो सकते. So if you want to forsaken your guru and you want to listen to other people saying that this is the way to attain mukti, I leave it to you guys. But Guru Sahib Ji says here that मुक्त होना है तो गुरु दा नाम चाहिए. कल मैं मुक्त नाम तै पावत, कहंदे नाम तैनूं मुक्त कराएगा. Even you read in रहरास, गोबिंद मिलन किए तेरी बरिया, अवर काज तेरे किते न काम, मिल साथ संगत भज केवल नाम, कहंदे उस केवल नाम नाल तू जुड़, नाम तैनूं पवित्र करेगा, नाम तैनूं मुक्त कराएगा. सो गुरु साहब जी कह रहे ने कल मैं मुक्त नाम तै पावत, गुर ये बात बताई, कह रहे ने कहो नानक सोई नर गुर, कह रहे ने ओही ग्रेट मैन है जो प्रभ के गुण गावे, जेड़े प्रभु दे गुण गाउंदा है ओही वड्डा है. गुरु साहब जी कह रहे हैं. सो इन दिस शब्द गुरु साहब जी emphasizes on नाम. The नाम is so powerful that it liberates us. And Guru Sahib Ji says, if we do not attach ourselves to naam and we just do outward kriya, it's useless. We need to attach ourselves to naam. नाम नाल सानू की जुड़ना पएगा, नाम सानू मुक्त कराएगा. ते इत्थे नाम दी वडियाई कीती है, नाम दी महिमा कीती है कि नाम दे अगे बाकी सारे जेड़े ने
ਉਹਦਾ ਕੋਈ ਮੁੱਲ, ਨਾਮ ਦਾ ਮੁੱਲ ਜਿਹੜਾ ਆਪਾਂ ਪਾ ਨਹੀਂ ਸਕਦੇ। ਤੇ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਯਾਦ ਕਰਾਉਂਦੇ ਨੇ ਕਿ ਉਸ ਨਾਮ ਦੇ ਨਾਲ ਜੇ ਨਾ ਜੁੜੇ ਤਾਂ ਸਾਡਾ ਜਨਮ ਵਿਅਰਥ ਹੈ, ਅਕਰਥ, ਉਹਨੂੰ ਅਸੀਂ ਉਸ ਪਾਸੇ ਨਹੀਂ ਲਾਇਆ। ਸੋ ਟੁਡੇ ਇਸ ਸ਼ਬਦ ਦੀ ਵਿਚਾਰ ਹੈ ਜੀ, ਆਪਾਂ 7 ਸ਼ਬਦਾਂ ਦੀ ਵਿਚਾਰ ਕੀਤੀ ਹੈ ਜੀ। ਸੋ ਸ਼ਬਦ ਦੀ ਵਿਚਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।